शिवा पर मोहे है, शुभ कर्म ते कभू न डरूं, न डरूं और सोच अब जाए लड़ूं, निश्चय कर अपनी जीत करूं। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੇਖ ਰਹੇ ਹੋ ਸੰਗਤ ਟੈਲੀਵਿਜ਼ਨ ਦਾ ਖਾਸ ਪ੍ਰੋਗਰਾਮ ਖਾਲਸਾ ਰਾਜ ਕਿਵੇਂ ਬਣਿਆ। ਹੁਣ ਤੱਕ ਇਸ ਪ੍ਰੋਗਰਾਮ ਦੇ 463 ਭਾਗ ਜਿਹੜੇ ਆ ਅਸੀਂ ਆਪ ਜੀ ਦੀ ਸੇਵਾ ਵਿੱਚ ਪੇਸ਼ ਕਰ ਚੁੱਕੇ ਤੇ ਅੱਜ ਇੱਕ ਨਵਾਂ ਐਪੀਸੋਡ ਨੰਬਰ 464 ਲੈ ਕੇ ਫਿਰ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੋਏ ਹਾਂ। ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਜਿਹੜੇ ਇਸ ਲੜੀਵਾਰ ਪ੍ਰੋਗਰਾਮ ਨੂੰ ਦੇਖਦੇ ਤੇ ਪਸੰਦ ਕਰਦੇ ਨੇ। ਖਾਸ ਕਰਕੇ ਧੰਨਵਾਦ ਕਰਦੀ ਹਾਂ ਸਤਿਕਾਰਯੋਗ ਵੀਰ ਜੀ ਰਣਜੀਤ ਸਿੰਘ ਰਾਣਾ ਜੀ ਦਾ, ਜਿਹੜੇ ਕਿ ਸਾਡੇ ਸਾਰੇ ਹੀ ਸਵਾਲਾਂ ਦੇ ਜਵਾਬ ਗੁਰ ਇਤਿਹਾਸ, ਗੁਰਬਾਣੀ ਤੇ ਗੁਰ ਫਲਸਫੇ ਦੇ ਆਧਾਰ ਤੇ ਦਿੰਦੇ ਹਨ। ਕਿਉਂਕਿ ਵੀਰ ਜੀ ਦੀ ਕੋਸ਼ਿਸ਼ ਹੁੰਦੀ ਹੈ ਕਿ ਆਪ ਜੀ ਦੇ ਸਾਹਮਣੇ ਜਿਹੜਾ ਪ੍ਰੋਗਰਾਮ ਪੇਸ਼ ਕੀਤਾ ਜਾਵੇ ਉਹਦੇ ਵਿੱਚ ਸਿਰਫ ਤਾਂ ਸਿਰਫ ਜਿਹੜੀ ਹੈ ਸਤਿਗੁਰੂ ਜੀ ਦੀ ਸੋਚ, ਉਹਨਾਂ ਦੇ ਵਿਚਾਰ ਜਿਹੜੇ ਆ ਉਹ ਆਪ ਸੰਗਤਾਂ ਦੇ ਨਾਲ ਸਾਂਝੇ ਕੀਤੇ ਜਾਣ। ਪ੍ਰੋਗਰਾਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਵੀਰ ਜੀ ਨਾਲ ਗੁਰੂ ਫਤਿਹ ਸਾਂਝੀ ਕਰਦੇ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਐਪੀਸੋਡ ਵਿੱਚ ਵੀਰ ਜੀ ਤੁਸੀਂ ਦੱਸਿਆ ਕਿ ਨੂਰਾ ਮਾਹੀ ਸਤਿਗੁਰੂ ਜੀ ਨੂੰ ਕਲਗੀਧਰ ਪਾਤਸ਼ਾਹ ਜੀ ਨੂੰ ਸਾਕਾ ਸਰਹੰਦ ਦੀ ਜਿਹੜੀ ਗਾਥਾ ਆ ਉਹ ਸੁਣਾ ਰਿਹਾ ਆ। ਸਾਰਾ ਕੁਛ ਜਿਹੜਾ ਉੱਥੋਂ ਹਾਲ ਸੁਣ ਕੇ ਆਇਆ, ਦੇਖ ਕੇ ਆਇਆ, ਉਹ ਬਿਆਨ ਕਰ ਰਿਹਾ ਸੀ ਕਿ ਛੋਟੇ ਸਾਹਿਬਜ਼ਾਦੇ ਤੇ ਮਾਤਾ ਜੀ ਜਿਹੜੇ ਆ ਉਹ ਸਰਹੰਦ ਵਿੱਚ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਸ਼ਹੀਦੀ ਸਾਕੇ ਦੇ ਸਮੇਂ ਤੁਸੀਂ ਕਹਿ ਸਕਦੇ ਹੋ ਕਿ ਮੋਤੀ ਰਾਮ ਮਹਿਰਾ ਜੀ ਨੇ ਗੁਰੂ ਪਰਿਵਾਰ ਦੇ ਨਾਲ ਜਿਹੜੀ ਸੇਵਾ ਕੀਤੀ ਸੀ, ਜਿਹੜੀ ਕਿ ਇੱਕ ਉਸ ਸਮੇਂ ਸਰਕਾਰ ਦੇ ਸਾਹਮਣੇ ਹਕੂਮਤ ਦੀ ਨਿਗਾਹ ਦੇ ਵਿੱਚ ਕਹਿ ਸਕਦੇ ਇੱਕ ਵੱਡਾ ਗੁਨਾਹ ਸੀ, ਇੱਕ ਜ਼ੁਲਮ ਸੀ, ਪਰ ਫਿਰ ਵੀ ਉਹਨਾਂ ਨੇ ਕਹਿ ਸਕਦੇ ਕਿ ਸਿਰ ਤਲੀ ਤੇ ਰੱਖ ਕੇ ਗੱਲ ਕਰਨ ਵਾਲੀ ਕਹਿ ਸਕਦੇ ਕਿ ਆਪਣੀ ਜਿਹੜੀ ਸੇਵਾ ਹੈ ਉਹ ਨਿਭਾਈ। ਮੋਤੀ ਰਾਮ ਮਹਿਰਾ ਜੀ ਦਾ ਕੀ ਬਣਿਆ ਤੇ ਨੂਰੇ ਮਾਹੀ ਨੇ ਸਾਰਾ ਜਿਹੜਾ ਸੀ ਉਹ ਇਸ ਬਾਰੇ ਗੁਰੂ ਸਾਹਿਬ ਜੀ ਨੂੰ ਕਿਸ ਤਰ੍ਹਾਂ ਦੱਸਿਆ। ਤੇ ਪਿਛਲੇ ਐਪੀਸੋਡ ਵਿੱਚ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਸਵਾਲ ਕੀਤਾ ਸੀ ਕਿ ਜਦੋਂ ਸਾਹਿਬਜ਼ਾਦਿਆਂ ਨੂੰ ਸੂਬੇ ਸਰਕਾਰ ਦੇ ਸਾਹਮਣੇ ਪੇਸ਼ ਕੀਤਾ ਗਿਆ, ਪਰ ਇਹਦੇ ਵਿੱਚ ਕੀ ਰਾਜ ਸੀ ਜਾਂ ਕੀ ਗੱਲ ਸੀ ਕਿ ਮਾਤਾ ਜੀ ਨੂੰ ਜਿਹੜਾ ਸੀ ਉਹ ਨਾਲ ਨਹੀਂ ਲਿਆਂਦਾ ਗਿਆ, ਉਹਨਾਂ ਨੂੰ ਉੱਥੇ ਹੀ ਰੱਖਿਆ ਗਿਆ। ਇਹਦੇ ਬਾਰੇ ਵੀ ਸੰਗਤਾਂ ਦੇ ਨਾਲ ਜ਼ਰੂਰ ਕੋਸ਼ਿਸ਼ ਕਰਿਓ ਜੇ ਸਾਂਝ ਪਾ ਸਕੇ। ਵਾਹਿਗੁਰੂ ਜੀ। ਭੈਣ ਜੀ, ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ। ਤੇ ਆਪਾਂ ਸਭ ਤੋਂ ਪਹਿਲਾਂ ਗੱਲ ਵੀ ਉਹੀ ਕਰ ਲੈਂਦੇ ਆ ਜੀ ਜਿਹੜੀ ਪਿਛਲੇ ਐਪੀਸੋਡ 'ਚ ਰਹਿ ਗਈ। ਜੀ ਜੀ ਫਿਰ ਦੁਹਰਾ ਕੇ ਤੁਸੀਂ ਕਰ ਲਈ। ਹਾਂਜੀ, ਪਿਛਲੇ ਐਪੀਸੋਡ 'ਚ ਮੇਰੇ ਖਿਆਲ ਟਾਈਮ ਨਹੀਂ ਸੀ ਰਿਹਾ ਜੀ। ਤੁਹਾਡਾ ਸਵਾਲ ਸੀ ਜਿੰਨਾ ਕੁ ਮੈਨੂੰ ਸਮਝ ਆਇਆ ਕਿ ਛੋਟੇ ਸਾਹਿਬਜ਼ਾਦਿਆਂ ਨੂੰ ਤਾਂ ਵਾਰ-ਵਾਰ ਕਚਹਿਰੀ ਸੱਦਿਆ ਗਿਆ। ਘੱਟੋ ਘੱਟ 3 ਦਿਨ ਦਾ ਸਾਡਾ ਇਤਿਹਾਸ ਜ਼ਿਕਰ ਕਰਦਾ ਹੈ। ਹਾਂਜੀ, ਸ਼ਾਮ ਨੂੰ ਫਿਰ ਮਾਤਾ ਗੁਜਰੀ ਕੋਲ ਹੀ ਭੇਜ ਦਿੰਦੇ ਸੀ। ਪਰ ਮਾਤਾ ਗੁਜਰੀ ਜੀ ਨੂੰ ਕਿਉਂ ਨਹੀਂ ਸੱਦਿਆ ਗਿਆ? ਜੀ ਜੀ, ਉਹਨਾਂ ਨੂੰ ਕਚਹਿਰੀ ਕਿਉਂ ਨਹੀਂ ਪੇਸ਼ ਕੀਤਾ ਗਿਆ? ਤੁਹਾਡਾ ਸਵਾਲ ਇਹੀ ਹੈ। ਹਾਂਜੀ, ਉਹਦੇ ਲਈ 2 ਗੱਲਾਂ, ਜੀ 2 ਕਾਰਨ ਮੈਨੂੰ ਸਮਝ ਆਉਂਦੇ। ਸਾਡੇ ਇਤਿਹਾਸ ਨੇ ਇਹਦਾ ਕੋਈ ਸਿੱਧਾ ਜ਼ਿਕਰ ਨਹੀਂ ਕੀਤਾ, ਕੋਈ ਕੁਛ ਨਹੀਂ ਕੀਤਾ, ਪਰ ਕਈ ਗੱਲਾਂ ਤੁਹਾਨੂੰ ਆਪਣੇ ਅਨੁਭਵ ਤੋਂ ਕਹਿਣੀਆਂ ਪੈਂਦੀਆਂ ਜੀ। ਇਸੇ ਕਰਕੇ ਸਵਾਲ ਵੀ ਨਹੀਂ ਉੱਠਿਆ ਕਿਉਂਕਿ ਇਤਿਹਾਸ 'ਚ ਜ਼ਿਕਰ ਨਹੀਂ ਸੀ। ਜੀ, ਪਰ ਕੁਝ ਗੱਲਾਂ ਅਨੁਭਵ ਤੋਂ ਸਾਂਝੀਆਂ ਕਰਨੀਆਂ ਪੈਂਦੀਆਂ ਹੁੰਦੀਆਂ। 2 ਗੱਲਾਂ ਮੈਨੂੰ ਲੱਗਦੀਆਂ, ਉਹਦੇ ਕਾਰਨ 2 ਲੱਗਦੇ ਆ। ਇੱਕ ਤਾਂ ਇਸਲਾਮ ਦੇ ਵਿੱਚ ਪਰਦੇਦਾਰੀ ਆ, ਜੀ ਜੀ, ਔਰਤ ਦੀ ਖਾਸ ਤੌਰ ਤੇ ਹਾਂਜੀ, ਬੁਰਕਾ ਹੈਗਾ ਆ। ਜੀ ਜੀ, ਆਮ ਤੌਰ ਤੇ ਸਭਾਵਾਂ ਦੇ ਵਿੱਚ, ਅਹਿਲਕਾਰਾਂ ਦੇ ਵਿੱਚ, ਕਚਹਿਰੀਆਂ ਦੇ ਵਿੱਚ ਜੇ ਕਿਤੇ ਔਰਤ ਨੂੰ ਜਾਣਾ ਵੀ ਪੈ ਜੇ ਤੇ ਉਹਨੇ ਬੁਰਕਾ ਪਾ ਕੇ ਜਾਣਾ ਪੈਣਾ। ਜੀ ਜੀ, ਤੇ ਮਾਤਾ ਗੁਜਰੀ ਜੀ ਦੇ ਆਪਣੇ ਇੱਕ ਅਸੂਲ ਆ। ਹਾਂਜੀ, ਸੋ ਮਾਤਾ ਗੁਜਰੀ ਜੀ ਤਾਂ ਸਿੱਖੀ ਸਿਦਕ ਵਾਲੇ ਆ ਤੇ ਸਾਡੇ 'ਚ ਤਾਂ ਸਾਡੇ ਉਲਟਿਆ। ਜੀ, ਸਾਡੇ 'ਚ ਅਸੀਂ ਸੰਗਤ 'ਚ ਘੁੰਡ ਨਹੀਂ ਕੱਢਣਾ, ਗੁਰੂ ਸਾਹਿਬ ਦੇ ਹੁਕਮ। ਹਾਂਜੀ, ਗੁਰੂ ਅਮਰਦਾਸ ਦੇ ਵੇਲੇ ਤੋਂ ਲੈ ਕੇ ਹੁਕਮ ਹੋ ਗਿਆ ਸੀਗਾ ਜੀ ਕਿ ਝੁੰਗਟ ਨਹੀਂ ਮਾਰਨਾ, ਘੁੰਡ ਨਹੀਂ ਕੱਢਣਾ ਗੁਰੂ ਸੰਗਤ ਦੇ ਵਿੱਚ। ਸੰਗਤ ਦੇ ਵਿੱਚ ਤੇ ਗੁਰੂ ਤੋਂ ਮਰੇ ਤਾਂ ਸਨਮੁਖ ਹੋ ਕੇ ਮਿਲੋ। ਹਾਂਜੀ, ਇਹ ਸਾਡੀ ਵੈਸੇ ਪ੍ਰਤਰੀ ਆ ਘੁੰਡ ਵੱਡਿਆਂ ਤੋਂ ਕੱਢਣ ਦੀ, ਜੇਠ ਤੋਂ, ਸਹੁਰਾ ਸਾਹਿਬ ਤੋਂ ਘੁੰਡ ਕੱਢਣ ਦੀ। ਸਾਡੇ 50 ਕੁ ਸਾਲ ਪੁਰਾਣੀ ਹੈਗੀ ਸੀ, ਹੁਣ ਤਾਂ ਉਹ ਵੀ ਹੈ ਨਹੀਂ ਗੀ ਬਿਲਕੁਲ। ਜੀ ਜੀ, ਪਰ ਗੁਰੂ ਅਮਰਦਾਸ ਨੇ ਸਦੀਆਂ ਪਹਿਲਾਂ ਇਹ ਗੱਲ ਕਹਿਤੀ, ਸੰਗਤ 'ਚ ਘੁੰਡ ਨਹੀਂ ਕੱਢਣਾ, ਸੰਗਤ 'ਚ ਤੁਹਾਡਾ ਕੋਈ ਵੱਡਾ ਨਹੀਂ, ਸੰਗਤ 'ਚ ਸਭ ਤੋਂ ਵੱਡਾ ਸਤਿਗੁਰ ਹੈ ਤੇ ਸਤਿਗੁਰ ਤੋਂ ਮੂੰਹ ਨਹੀਂ ਲਿਖਾਉਣਾ। ਇੰਨਾ ਗੁਰਮੁਖ ਹੋ ਕੇ ਜਾਣਾ ਹੈ, ਸਤਿਗੁਰ ਦੇ ਸਨਮੁਖ ਹੋਣਾ ਹੈ, ਸਤਿਗੁਰ ਤੋਂ ਮੂੰਹ ਲਿਖਾਉਣ ਦੀ ਲੋੜ ਹੀ ਕਿਉਂ ਪਵੇ? ਜੀ, ਇਹਦਾ ਗੁਰੂ ਅਮਰਦਾਸ ਨੇ ਜ਼ਿਕਰ ਵੀ ਕੀਤਾ, ਇਤਿਹਾਸ ਦੇ ਵਿੱਚ ਵੀ ਜ਼ਿਕਰ ਹੈ, ਗੁਰਬਾਣੀ ਦੇ ਵਿੱਚ ਵੀ ਜ਼ਿਕਰ ਹੈ। ਸੋ ਮੂਲ ਕੋਣ ਦੀ ਗੱਲ ਸੰਗਤ 'ਚ ਨਹੀਂ ਹੈਗੀ, ਸਾਡੇ 'ਚ ਹੈਗੀ। ਤੇ ਮਾਤਾ ਗੁਜਰੀ ਜੀ ਗੁਰੂ ਘਰ ਦੀ ਨੁਮਾਇੰਦਗੀ ਕਰ ਰਿਹਾ, ਉਹਨਾਂ ਤੋਂ ਮੂਲ ਕੋਣਾ ਨਹੀਂ। ਜੀ, ਮੂੰਹ ਲਕੋਵੇ ਜਿਹਨੇ ਕੋਈ ਮੂਲ ਕੋਣ ਵਾਲਾ ਕੰਮ ਕੀਤਾ। ਜੀ ਜੀ, ਸਾਡੀ ਪ੍ਰਵਿਰਤੀ ਇਹ ਆ।
ਸੋ ਇੱਕ ਤਾਂ ਪਰਦੇਦਾਰੀ ਵਾਲੀ ਗੱਲ ਸੀ ਹਾਂਜੀ ਇਸਲਾਮ ਦੀ ਕਚਹਿਰੀਆਂ 'ਚ, ਤੇ ਜੇ ਕਿਤੇ ਨਾਲ ਬਜ਼ੁਰਗ ਮਾਤਾ ਨੂੰ ਲੈ ਕੇ ਜਾਂਦੇ ਤੇ ਉੱਥੇ ਸੂਬੇ ਦੀ ਜਬਰੀ ਲੈ ਕੇ ਜਾਣਾ ਸੀ, ਸੂਬੇ ਨੇ ਲੈ ਕੇ ਜਾਣਾ ਸੀਗਾ। ਉੱਥੇ ਸੂਬੇ ਦੇ ਅੱਗੇ ਤਾਂ ਤੋਏ ਤੇ ਹੋ ਰਹੀ ਸੀ, ਪਰ ਹੋਰ ਹੋ ਸਕਦੀ ਸੀ ਐਲਕਾਰਾਂ ਕੋਲ ਜੀ ਕਿ ਇਸਲਾਮ ਦੀ ਜਿਹੜੀ ਗੱਲ ਬੁਰਕੇ ਵਾਲੀ ਸੀ ਉਹ ਵੀ ਨਹੀਂ ਰੱਖੀ ਆ, ਜਿਹੜਾ ਔਰਤ ਨੂੰ ਨੰਗੇ ਮੂੰਹ ਨਹੀਂ ਕਚਹਿਰੀ 'ਚ ਆਉਣਾ ਉਹ ਵੀ ਨਹੀਂ ਰੱਖੀ ਹੈਗੀ। ਤੇ ਇਹ ਜਿਹੜੀ ਗੱਲ ਹੋਣੀ ਸੀ, ਤੋਏ ਤੋਂ ਸੂਬਾ ਡਰਦਾ ਸੀ। ਜੀ ਜੀ ਹਾਲਾਂਕਿ ਉਹਨੇ ਬਾਲੀ ਕੋਈ ਫਿਕਰ ਨਹੀਂ ਕੀਤੀ ਜ਼ੁਲਮ ਕਰਨ ਲੱਗਿਆ ਇਸ ਗੱਲ, ਹਾਂਜੀ ਪਰ ਉਹਨੇ ਫੇਰ ਵੀ ਜ਼ੁਲਮ ਕਰਨ ਲੱਗਿਆ। ਫਤਵਾ ਲਿਆ ਕਾਜੀ ਤੋਂ, ਜੀ ਫਤਵਾ ਲਿਆ ਮਲਾਣੇ ਤੋਂ, ਜੀ ਜੀ ਉਹਦੇ ਲਈ ਇੱਕ ਬਾਗੀ ਹੋਣ ਦਾ ਮਾਪਦੰਡ ਕਾਇਮ ਕੀਤਾ। ਜੀ ਜੀ ਬੇਸ਼ੱਕ ਝੂਠਾ ਹੀ ਕੀਤਾ, ਪਰ ਕੀਤਾ ਹੈ। ਜੀ ਜੀ ਦੀਵਾਨ ਸੁੱਚਾਨੰਦ ਦੇ ਰਾਹੀਂ ਕੀਤਾ, ਕਾਜੀ ਦੇ ਰਾਹੀਂ ਕੀਤਾ, ਪਰ ਕੀਤਾ ਹੈ। ਆਪਣੇ ਆਪ ਨੂੰ ਐਲਕਾਰ ਵੱਡੇ ਸੂਬੇ ਏਦਾਂ ਰੱਖਿਆ ਕਰਦੇ ਸੀ। ਇੱਕ ਤਾਂ ਕਾਰਨ ਇਹ, ਪਰ ਮੈਂ ਨਾਲ ਇਹ ਕਹਿ ਦਿਆਂ ਕਿ ਸੂਬਾ ਐਡਾ ਬੇਸ਼ਰਮ ਸੀਗਾ, ਉਹਨੇ ਤੋਏ ਤੋਂ ਨਹੀਂ ਸੀ ਡਰਨਾ, ਪਰ ਉਹਦਾ ਕਾਰਨ ਇੱਕ ਹੋਰ ਵੀ ਸੀਗਾ। ਜੀ ਕਾਰਨ ਇਹ ਜੀ, ਸੂਬਾ ਜਾਣਦਾ ਸੀ ਕਿ ਮਾਤਾ ਗੁਜਰੀ ਜੀ ਗੁਰੂ ਤੇਗ ਬਹਾਦਰ ਦੇ ਸਪਤਨੀ ਆ, ਗੁਰੂ ਗੋਬਿੰਦ ਸਿੰਘ ਦੀ ਮਾਤਾ ਆ, ਉਮਰ ਸਾਰੀ ਦੇਖ ਲਈ ਆ, ਗੁਰੂ ਘਰ ਚ ਰਹੀ ਆ। ਤੇ ਕਿੰਨੇ ਗੁਰੂ ਸਾਹਿਬ ਦੇ ਮਾਤਾ ਗੁਜਰੀ ਦਾ ਜੀਵਨ ਦੇਖਿਆ ਜਾਵੇ ਤਾਂ ਕਿੰਨੇ ਗੁਰੂ ਸਾਹਿਬਾਨ ਦੇ ਦਰਸ਼ਨ ਕੀਤੇ ਉਹਨਾਂ ਨੇ, ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕੀਤੇ। ਜੀ ਔਰ ਇਤਿਹਾਸ ਚ ਆਉਂਦਾ ਕਰਤਾਰਪੁਰ ਦੀ ਜੰਗ ਚ ਮਾਤਾ ਗੁਜਰੀ ਜੀ ਨੇ ਹਿੱਸਾ ਲਿਆ, ਜਿੱਦਾਂ ਗੁਰੂ ਤੇਗ ਬਹਾਦਰ ਨੇ ਲਿਆ ਤਾਂ ਮਾਤਾ ਗੁਜਰੀ ਜੀ ਨੇ ਲਿਆ। ਮੈਂ ਵਿਸਤਾਰ ਚ ਨਹੀਂ ਉਹਦੇ ਜਾ ਸਕਦਾ ਕਿਉਂਕਿ ਆਪਣੇ ਕੋਲ ਸਮਾਂ ਨਹੀਂ ਹੈਗਾ, ਜੀ ਪਰ ਜੇ ਕਿਸੇ ਨੇ ਵਿਸਤਾਰ 'ਚ ਗੱਲ ਪੜ੍ਹਨੀ ਆ, ਮਾਤਾ ਗੁਜਰੀ ਨੇ ਤੇ ਗੁਰੂ ਤੇਗ ਬਹਾਦਰ ਨੇ ਕਰਤਾਰਪੁਰ ਦੀ ਜੰਗ 'ਚ ਹਿੱਸਾ ਲਿਆ। ਤੇ ਮੇਰੀ ਲਿਖੀ ਕਿਤਾਬ ਆ ਕਰਤਾਰਪੁਰ ਕਰਤਾ ਵਸੇ, ਇਤਿਹਾਸਕ ਹਵਾਲੇ ਵਾਲੀ ਕਿਤਾਬ ਆ, ਇਤਿਹਾਸਕ ਹਵਾਲੇ ਦੇ ਕੇ ਲਿਖੀ ਗਈ ਕਿਤਾਬ ਆ, ਇਤਿਹਾਸਕ ਸਾਰੇ ਜਿਹੜੇ ਸਾਡੇ ਪੁਰਾਤਨ ਗ੍ਰੰਥਾਂ ਦੇ ਹਵਾਲੇ ਦੇ ਕੇ ਲਿਖੀ ਗਈ ਕਿਤਾਬ ਆ ਕਰਤਾਰਪੁਰ ਕਰਤਾ ਵਸੇ। ਉਹ ਜ਼ਰੂਰ ਪੜ੍ਹਨੀ ਚਾਹੀਦੀ। ਮਾਤਾ ਗੁਜਰੀ ਦੇ ਪਰਿਵਾਰ ਦੀ ਕਿੰਨੀ ਕੁ ਕੁਰਬਾਨੀ ਆ, ਜੀ ਆਪਾਂ ਕਦੀ ਜ਼ਿਕਰ ਹੀ ਨਹੀਂ ਕੀਤਾ ਮਾਤਾ ਗੁਜਰੀ ਦੇ ਪਰਿਵਾਰ ਦੀਆਂ ਕੁਰਬਾਨੀਆਂ ਦਾ। ਉਹਨਾਂ ਦੇ ਪਿਤਾ ਜੰਗ ਲੜੀ ਸੀ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ, ਭਾਈ ਲਾਲ ਚੰਦ ਨੇ, ਉਹਨਾਂ ਨੇ ਜੰਗ ਲੜੀ। ਉਦੋਂ ਬਾਅਦ ਕਰਤਾਰਪੁਰ ਛੱਡਣਾ ਪਿਆ। ਉਦੋਂ ਬਾਅਦ ਵਿੱਚ ਉਹਨਾਂ ਦੇ ਭਤੀਜਿਆਂ ਨੇ ਜੰਗਾਂ ਦੇ ਵਿੱਚ ਹਿੱਸਾ ਲਿਆ। ਗਾਂ 'ਚ ਮਾਤਾ ਗੁਜਰੀ ਦੇ ਭਤੀਜਿਆਂ ਨੇ ਜੰਗਾਂ 'ਚ ਹਿੱਸਾ ਲਿਆ। ਮਾਤਾ ਗੁਜਰੀ ਦੇ ਭਰਾ ਸ਼ਹੀਦ ਹੋਏ। ਮਾਤਾ ਗੁਜਰੀ ਦੇ ਜੀ ਭਰਾ ਮਾਮਾ ਕਿਰਪਾਲ ਜੀ ਸ਼ਹਾਦਤ ਤੱਕ ਪਹੁੰਚੇ ਗੁਰੂ ਗੋਬਿੰਦ ਸਿੰਘ ਦੇ ਨਾਲ। ਕਿੰਨੀ ਕੁਰਬਾਨੀ ਹੈ। ਗਾਂ ਉਹਨਾਂ ਦੇ ਪੁੱਤਰ ਜਿਹੜੇ ਸੀਗੇ, ਉਹਨਾਂ ਦੇ ਭਤੀਜੇ ਜਿਹੜੇ ਸੀ, ਮਾਤਾ ਗੁਜਰੀ ਦੇ ਭਤੀਜੇ ਕਹ ਲਓ, ਯਾਨੀ ਭਰਾ ਦੇ ਪੁੱਤਰ ਜਿਹੜੇ ਸੀਗੇ, ਉਹਨਾਂ ਨੇ ਸ਼ਹਾਦਤਾਂ ਤੱਕ ਦਾ ਸਫ਼ਰ ਕੀਤਾ। ਗਾਂ ਉਹਨਾਂ ਦੇ ਪੁੱਤਰਾਂ ਨੇ ਵੱਡੇ ਘਲੂਘਾਰਿਆਂ ਤੱਕ ਸ਼ਹਾਦਤਾਂ ਦਿੱਤੀਆਂ। ਸੋ ਇਹ ਜਿਹੜਾ ਸਾਰਾ ਮੈਂ ਜ਼ਿਕਰ ਕਰਤਾਰਪੁਰ ਕਰਤਾ ਵਸੇ, ਕਿਉਂਕਿ ਕਰਤਾਰਪੁਰ ਮਾਤਾ ਗੁਜਰੀ ਦਾ ਵਿਆਹ ਸੀ ਗੁਰੂ ਤੇਗ ਬਹਾਦਰ ਨਾਲ। ਕਰਤਾਰਪੁਰ ਜਿਹੜਾ ਜਲੰਧਰ ਵਾਲਾ ਹੈ, ਹਾਂਜੀ, ਔਰ ਉੱਥੇ ਯਾਦ 'ਚ ਗੁਰਦੁਆਰਾ ਵੀ ਹੈ ਮਾਤਾ ਗੁਜਰੀ ਦੇ ਆਨੰਦ ਕਾਰਜ ਵਾਲਾ। ਸੋ ਪਰਿਵਾਰ ਦੀਆਂ ਵੱਡੀਆਂ ਕੁਰਬਾਨੀਆਂ। ਤੇ ਸੂਬਾ ਸਰਹੰਦ ਦਾ ਸੂਬੇਦਾਰ ਹੋਣ ਦੇ ਨਾਤੇ ਗੁਰੂ ਪਰਿਵਾਰ ਜਿੱਥੇ ਹਮਲਾ ਕਰਨਾ ਹੋਵੇ ਉਹਦੇ ਬਾਰੇ ਸਾਰੀ ਇੰਟੈਲੀਜੈਂਸ ਇਕੱਠੀ ਕੀਤੀ ਜਾਂਦੀ। ਸੂਇਆ ਭਾਗ ਦੀਆਂ ਉਹ ਮਾਤਾ ਗੁਜਰੀ ਬਾਰੇ ਜਾਣਦਾ ਸੀ ਕਿ ਮਾਤਾ ਗੁਜਰੀ ਕਿਸ ਮਿੱਟੀ ਦੀ ਬਣੀ। ਜੀ ਜੀ ਕਰਤਾਰਪੁਰ ਰਹਿੰਦੇ ਜੰਗ 'ਚ ਹਿੱਸਾ ਲਿਆ, ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕੀਤੇ ਆ, ਗੁਰੂ ਤੇਗ ਬਹਾਦਰ ਦੀ 26 ਵਰ੍ਹੇ ਲਗਾਤਾਰ ਸੇਵਾ ਕੀਤੀ ਆ। ਫਿਰ ਗੁਰੂ ਤੇਗ ਬਹਾਦਰ ਨੂੰ ਸ਼ਹੀਦੀ ਰਸਤੇ ਤੇ ਤੋਰਿਆ ਆ। ਫਿਰ ਪੁੱਤਰ ਨੂੰ ਜੰਗ ਲਈ ਤਿਆਰ ਕੀਤਾ ਆ, ਪੁੱਤਰ ਦੀ ਤਿਆਰੀ ਕਰਾਈ ਆ। ਗੁਰੂ ਗੋਬਿੰਦ ਸਿੰਘ ਦੀ ਮਾਤਾ ਆ। ਤੇ ਇਸ ਕਰਕੇ ਜੇ ਮਾਤਾ ਨਾਲ ਹੋਊਗੀ ਤੇ ਸਾਹਿਬਜ਼ਾਦਿਆਂ ਨੇ ਈਨ ਨਹੀਂ ਮੰਨਣੀ। ਇਹ ਸੂਬੇ ਸਰਹੰਦ ਦੇ ਮਨ ਦੇ ਵਿੱਚ ਇਹ ਗੱਲ ਹੈਗੀ ਸੀ ਜੀ, ਪਰ ਉਹ ਭੁਲੇਖੇ ਸੀਗਾ ਕਿ ਸਾਹਿਬਜ਼ਾਦਿਆਂ ਦਾ ਇਕੱਲਿਆਂ ਵੀ ਈਨ ਨਹੀਂ ਮੰਨੀ। ਪਰ ਜੇ ਮਾਤਾ ਗੁਜਰੀ ਨਾਲ ਹੁੰਦੀ ਤੇ ਫਿਰ ਤਾਂ ਸੋਚ ਨਹੀਂ ਸਕਦੇ ਸੀ। ਜੀ ਜੀ ਤੇ ਮਾਤਾ ਗੁਜਰੀ ਨੂੰ ਡਲਾਇਆ ਨਹੀਂ ਜਾ ਸਕਦਾ। ਇਸ ਕਰਕੇ ਵੀ ਸਾਹਿਬਜ਼ਾਦਿਆਂ ਨੂੰ ਵੱਖਰੇ ਕਰਕੇ ਕਚਹਿਰੀ 'ਚ ਪੇਸ਼ ਕੀਤਾ ਜਾਂਦਾ ਹੈ। ਇਕੱਲੇ ਹੋਣਗੇ, ਜੀ ਬੱਚੇ ਨੇ, ਛੋਟੀ ਉਮਰ ਦੇ ਨੇ, ਡਰ ਜਾਣਗੇ, ਦਹਿਸ਼ਤ 'ਚ ਆ ਜਾਣਗੇ, ਲਾਲਚ 'ਚ ਆ ਜਾਣਗੇ ਤੇ ਸ਼ਾਇਦ ਕਿਤੇ ਸਾਡੀ ਗੱਲ ਮੰਨ ਲੈਣ। ਬਹੁਤੇ ਇਤਿਹਾਸਕਾਰ ਇਸ ਗੱਲ ਨੂੰ ਮੰਨਦੇ ਆ। ਸਮੁੰਦਰ ਦੇ ਪੱਖ ਜਿਹੜੇ ਸੀਗੇ ਉਹ ਰੱਖ ਦਿੱਤੇ ਸਾਹਮਣੇ। ਬਹੁਤ ਧੰਨਵਾਦ। ਪਰ ਮੈਂ ਬਹੁਤ ਬਰੀਫ 'ਚ ਰੱਖੇ ਆ। ਜੀ ਆਪਾਂ ਗਾਂ ਦੀ ਗੱਲ ਤੋਰ ਲਈਏ। ਜਿਹੜਾ ਤੁਹਾਡਾ ਸਵਾਲ ਸੀਗਾ, ਹਾਂਜੀ, ਸਵਾਲ ਸੀ ਕਿ ਨੂਰਾ ਮਾਈ ਜਿਹੜਾ ਦੱਸ ਰਿਹਾ ਸੀਗਾ ਜੀ, ਤੇ ਸਤਿਗੁਰੂ ਪੁੱਛ ਰਿਹਾ ਸੀ ਰੁਕਦਾ ਵਾਰ-ਵਾਰ, ਤੇ ਸਤਿਗੁਰੂ ਪੁੱਛ ਰਿਹਾ ਵੀ ਗਾਂ ਕੀ ਹੋਇਆ। ਹਾਂਜੀ, ਗਾਂ ਕੀ ਹੋਇਆ? ਸੰਸਕਾਰ ਕਰ ਦਿੱਤਾ ਗਿਆ, ਉਦੋਂ ਬਾਅਦ ਕੀ ਹੋਇਆ? ਜੀ ਤੁਹਾਡਾ ਸਵਾਲ ਆ ਗਿਆ ਇੱਥੇ ਵਿੱਚ ਨੂਰੇ ਮਾਈ ਦੇ ਨਾਲ ਜੁੜ ਕੇ ਕਿ ਬਾਬਾ ਮੋਤੀ ਰਾਮ ਨੇ ਸੇਵਾ ਕੀਤੀ, ਹਾਂਜੀ, ਉਹਦਾ ਕੀ ਬਣਿਆ? ਇਹ ਜਿਗਿਆਸਾ ਪੈਦਾ ਹੁੰਦੀ ਹੈ। ਜੀ ਜੀ ਬਾਬਾ ਮੋਤੀ ਰਾਮ ਦੀ ਸੇਵਾ ਜਦ ਤੱਕ ਗੁਪਤ ਸੀ ਉਹ ਗੁਪਤ ਸੀ। ਹਾਂਜੀ, ਉਹ 3 ਦਿਨ ਸਮੁੰਦਰ ਛਕਾਉਂਦਾ ਰਿਹਾ, ਸੇਵਾ ਕਰਦਾ ਰਿਹਾ, ਕਚਹਿਰੀ ਵੀ ਜਾਂਦਾ ਰਿਹਾ। ਪਰ ਜਦੋਂ ਉਹਨੇ ਮਾਤਾ ਗੁਜਰੀ ਜੀ ਦੇ ਸੰਸਕਾਰ ਵੇਲੇ ਟੋਡਰ ਮਲ ਦੇ ਨਾਲ ਹੱਥ ਵਟਾਉਣਾ ਸ਼ੁਰੂ ਕਰ ਦਿੱਤਾ, ਹਾਂਜੀ, ਮੂਹਰੀਆਂ 'ਚ ਸ਼ਾਮਲ ਹੋ ਗਿਆ, ਚਾਦਰ ਫੇਰੀ ਸਰਹੰਦ ਦੇ ਵਿੱਚ, ਜੀ
ਤੇ ਉਦੋਂ ਆਮ ਬੰਦਾ ਜਿਹੜਾ ਸੀ ਉਹਨੇ ਤਾਂ ਨਹੀਂ ਸੀ ਸੂਬੇ ਦੀ ਨਿਗਾਹ 'ਚ ਆਉਣਾ, ਪਰ ਉਹਦਾ ਹੀ ਅਹਿਲਕਾਰ ਉਹਦੀ ਜੇਲ੍ਹ ਦੇ ਵਿੱਚ ਜਿਹੜਾ ਕੰਮ ਲੰਗਰ ਕਰਦਾ ਚਾਰਜ ਆ, ਸੀ ਜੀ ਜੀ ਉਹ ਇਹ ਕੰਮ ਕਰ ਰਿਹਾ। ਤੇ ਇਹ ਤਾਂ ਉਹਨੂੰ ਉਹਦੀ ਜਦੋਂ ਸੂਈਏ ਵਿਭਾਗ ਨੇ ਜਾ ਕੇ ਉਹਨੂੰ ਦੱਸਣਾ ਆ ਹਾਂਜੀ ਤੇ ਉਦੋਂ ਤਾਂ ਉਹਨੂੰ ਗੱਲ ਖੜਕਣੀ ਆ ਨਾ ਫਿਰ। ਹਾਂਜੀ ਹਾਂਜੀ ਤੇ ਸੋ ਬਾਬਾ ਮੋਤੀ ਰਾਮ ਮਾਤਾ ਗੁਜਰੀ ਜੀ ਦੇ ਸਾਹਿਬਜ਼ਾਦਿਆਂ ਦੇ ਅੰਤਮ ਸੰਸਕਾਰ ਦੇ ਸਮੇਂ ਸਰਕਾਰ ਦੀ ਇਦਾਂ ਕਹ ਲਓ ਹਕੂਮਤ ਦੀ ਨਿਗਾਹ 'ਚ ਆ ਚੁੱਕਾ ਸੀ, ਸੂਈਆ ਤੰਤਰ ਦੀ ਨਿਗਾਹ 'ਚ ਆ ਚੁੱਕਾ ਹੋਇਆ ਸੀ, ਸੂਬੇ ਦੀ ਨਿਗਾਹ 'ਚ ਆ ਚੁੱਕਾ ਹੋਇਆ ਸੀ ਕਿ ਇਹ ਜਿਹੜਾ ਇਹਦੀ ਜਿਹੜੀ ਪਹਿਲੀ ਜਿਹੜੀ ਆ ਵਫਾਦਾਰੀ ਆ, ਹਾਂਜੀ ਇਹਦੀ ਜਿਹੜੀ ਪਹਿਲੀ ਸ਼ਰਧਾ ਆ ਉਹ ਗੁਰੂ ਗੋਬਿੰਦ ਸਿੰਘ ਦੇ ਨਾਲ ਆ, ਉਹ ਸਿੱਖੀ ਦੇ ਨਾਲ ਆ, ਉਹ ਗੁਰੂ ਪਰਿਵਾਰ ਦੇ ਨਾਲ ਆ। ਨਾਲ ਆ। ਇਹ ਗੱਲ ਨਿਗਾਹ 'ਚ ਆ ਚੁੱਕੀ ਹੋਈ ਸੀਗੀ। ਬੇਸ਼ੱਕ ਇਹ ਨੌਕਰੀ ਕਰਦਾ, ਗੱਲ ਵੱਖਰੀ ਆ, ਮਲਵਰਤਨੀਆਂ ਆ, ਗੱਲ ਵੱਖਰੀ ਆ, ਨੌਕਰੀ ਕਰਦਾ ਗੱਲ ਵੱਖਰੀ ਆ, ਪਰ ਇਹਦੀ ਜਿਹੜੀ ਪਹਿਲੀ ਸ਼ਰਧਾ ਆ ਉਹ ਗੁਰੂ ਪਰਿਵਾਰ ਦੇ ਨਾਲ, ਇਹ ਗੱਲ ਨਿਗਾਹ ਆ ਚੁੱਕੀ ਸੀ। ਪਰ ਗੱਲ ਜਦੋਂ ਸੱਚ ਜਿਹੜੀ ਹੋਵੇ, ਗੱਲ ਨਿਕਲਦੀ 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 ਆ। ਤੇ ਨੂਰੇ ਮਾਈ ਨੇ ਜਿੱਦਾਂ ਦੱਸਿਆ ਹਾਂਜੀ ਕਿ ਗੰਗੂ ਦਾ ਇੱਕ ਰਿਸ਼ਤੇਦਾਰੀ ਚੋਂ ਭਰਾ ਸੀ ਪੰਮਾ, ਹਾਂਜੀ ਲੰਗਾ ਸੀ ਲੱਤੋਂ, ਇਸ ਕਰਕੇ ਉਹਨੂੰ ਇਤਿਹਾਸ ਨੇ ਸਾਡੇ ਲਈ ਜ਼ਿਕਰ ਕੀਤਾ ਲੰਗੇ ਦਾ, ਵੀ ਲੰਗਾ ਸੀ ਉਹ, ਜੀ ਲੱਤੋਂ ਲੰਗਾ ਸੀਗਾ। ਪੰਮਾ ਲੰਗਾ ਸ਼ਬਦ ਵੀ ਉਹਦੇ ਲਈ ਵਰਤਿਆ ਗਿਆ, ਉਹਦੇ ਲਈ ਲੰਗਾ ਸ਼ਬਦ ਵੀ ਵਰਤਿਆ ਗਿਆ, ਉਹਦੇ ਲਈ ਪੰਮਾ ਸ਼ਬਦ ਵੀ ਵਰਤਿਆ ਗਿਆ। ਉਹਨੇ ਜੋ ਪਬਲਿਕ ਚੋਂ ਉਹ ਨਾਲ ਸੁੱਚਾਨੰਦ ਦਾ ਬੜਾ ਵਿਸ਼ਵਾਸ ਪਾਤਰ ਸੀ। ਜੀ ਸੁੱਚਾਨੰਦ ਦੀਵਾਨ ਸੁੱਚਾਨੰਦ ਜਿਹੜਾ ਸੁੱਚਾਨੰਦ। ਵਜੀਦੇ ਦਾ ਦੀਵਾਨ ਸੀਗਾ, ਜੀ ਉਹਦੇ ਲਈ ਇੱਕ ਤਰ੍ਹਾਂ ਦਾ ਕੰਮ ਕਰਦਾ ਸੀ। ਸਰਾਂ 'ਚ ਘੁੰਮ ਫਿਰ ਕੇ ਸਾਰੀਆਂ ਜਿਹੜੀਆਂ ਗੱਲਾਂ ਬਾਤਾਂ ਉਹਨੂੰ ਦੱਸਦਾ ਸੀ। ਤੇ ਗੰਗੂ ਦਾ ਰਿਸ਼ਤੇਦਾਰੀ 'ਚੋਂ ਭਰਾ ਲੱਗਦਾ, ਸਰਹੰਦ 'ਚ ਰਹਿੰਦਾ ਹੁੰਦਾ ਸੀ ਪੰਮਾ। ਉਹਨੂੰ ਜਦੋਂ ਬਾਬਾ ਮੋਤੀ ਰਾਮ ਦੇ ਬਾਰੇ ਇਹ ਸੂਹ ਮਿਲ ਗਈ, ਜੀ ਘੁੰਮਦੀ ਗੱਲ ਲੋਕਾਂ ਦੇ ਵਿੱਚ ਵੀ ਬਾਬਾ ਮੋਤੀ ਰਾਮ ਨੇ ਸੇਵਾ ਕਰ ਲਿਆ, ਸੰਸਕਾਰ ਤੋਂ ਸੰਸਕਾਰ ਸੇਵਾ ਨਹੀਂ ਕੀਤੀ। ਹਾਂਜੀ ਇਹਨੇ ਇਹਨੇ ਬੱਚਿਆਂ ਨੂੰ ਜਾ ਕੇ ਜਲ ਪਾਣੀ ਦੁੱਧ ਵੀ ਛਕਾਇਆ ਆ। ਸੋ ਇਹ ਵੀ ਸੇਵਾ ਕੀਤੀ, ਗਰਮ ਕੱਪੜੇ ਵੀ ਲੋਈ ਵੀ ਲੈ ਕੇ ਗਿਆ, ਇਹ ਵੀ ਸੇਵਾ ਕੀਤੀ ਆ। ਤੇ ਇਹਨੇ ਜਾ ਕੇ ਇਹ ਸੁੱਚਾਨੰਦ ਨੂੰ, ਦੀਵਾਨ ਸੁੱਚਾਨੰਦ ਨੂੰ ਇਹ ਗੱਲ ਦੱਸਤੀ। ਤੇ ਸੁੱਚਾਨੰਦ ਨੇ ਇਹ ਬਿੜਤੀ ਜਿਹੜੀ ਸੀਗੀ ਸੂਬੇ ਦੇ ਕੰਨ 'ਚ, ਸੂਬੇ ਸਰਹੰਦ ਦੇ ਕੰਨ 'ਚ ਪਾਉਣੀ ਸੀਗੀ। ਜੀ ਜੀ ਸ਼ਹੀਦਨਾਮਾ ਦਾ ਜਿਹੜਾ ਕਰਤਾ ਹੈ ਭਾਈ ਕਿਸ਼ਨ ਸਿੰਘ, ਹਾਂਜੀ ਜਿਹੜਾ ਕਿ ਇਤਿਹਾਸ ਉਹਨੇ ਸਾਕੇ ਤੋਂ 50 ਸਾਲ ਬਾਅਦ ਹੀ ਲਿਖ ਦਿੱਤਾ ਸੀ। ਤੇ ਜੋ ਕਹਿੰਦਾ ਮੈਂ ਬਜ਼ੁਰਗਾਂ ਤੋਂ ਸੁਣਿਆ ਉਹ ਲਿਖਿਆ ਆ, ਜੋ ਮੇਰੇ ਬਜ਼ੁਰਗਾਂ ਨੇ ਦੇਖਿਆ ਮੈਨੂੰ ਉਹ ਦੱਸਿਆ ਆ। ਤੇ ਉਹ ਕਹਿੰਦਾ, ਉਹ ਹਵਾਲਾ ਮੈਂ ਦੇ ਦੇਵਾਂ, ਉਹ ਕਹਿੰਦਾ ਨੀਚ ਗੰਗੂ ਕੋ ਭਰਾਤ ਇੱਕ ਲੰਗਾ, ਕਿ ਉਹਦਾ ਰਿਸ਼ਤੇਦਾਰੀ ਚ ਇੱਕ ਭਰਾ ਲੰਗਾ ਸੀਗਾ। ਜੀ ਜੀ ਪੰਮੇ ਦਾ ਜ਼ਿਕਰ ਕੀਤਾ। ਹਾਂਜੀ ਤਿੰਨ ਲੀਨੋ ਮੋਤੀ ਸੰਗ ਪੰਗਾ। ਕਵਿਤਾ ਕੋਈ ਬਹੁਤ ਉੱਚ ਪਾਈ ਦੀ ਨਹੀਂ, ਜਿੱਦਾਂ ਦੀ ਕਵਿਤਾ ਸੂਰਜ ਪ੍ਰਕਾਸ਼ ਦੀ ਆ ਨਾ, ਹਾਂਜੀ ਉਦਾਂ ਦੀ ਕਵਿਤਾ ਤਾਂ ਸ਼ਾਇਦ ਕਿਸੇ ਹੋਰ ਨੇ ਲਿਖੀ ਨਹੀਂ। ਹਾਂਜੀ ਪਰ ਇਤਿਹਾਸਿਕ ਹਵਾਲੇ ਸ਼ਹੀਦਨਾਮਾ ਚ ਤਕਰੀਬਨ ਉਹਦੇ ਮੇਚਦੇ ਹੀ ਆ। ਨੀਚ ਗੰਗੂ ਕੋ ਭਰਾਤ ਇੱਕ ਲੰਗਾ, ਤਿੰਨ ਲੀਨੋ ਮੋਤੀ ਸੰਗ ਪੰਗਾ, ਜਾਏ ਵਜੀਦੇ ਭੇਦ ਬਤਾਇਓ, ਇੱਕ ਝੀਵਰ ਹੈ ਪੇਪ ਲਾਇਓ। ਗੁਰ ਕੋ ਮਾਤ ਬਾਲ ਸੁਖਦਾਈ, ਇਸੇ ਦੀਨ ਬਹੁਤ ਵਡਿਆਈ। ਕਿ ਵਜੀਦੇ ਤੱਕ ਇਹ ਗੱਲ ਉਹਦੇ ਰਾਹੀ ਹੁੰਦੀ ਦੀਵਾਨ ਸੁੱਚਾਨੰਦ ਦੇ ਰਾਹੀ, ਜਿੱਦਾਂ ਸਾਡੇ ਇਤਿਹਾਸ ਦੇ ਮਿਲਦੇ ਆ, ਗੱਲ ਪਹੁੰਚ ਗਈ। ਜਾਏ ਵਜੀਦੇ ਭੇਦ ਬਤਾਇਓ, ਵਜੀਦੇ ਤੱਕ ਭੇਦ ਪਹੁੰਚ ਗਿਆ। ਇੱਕ ਝੀਵਰ ਹੈ ਪੇਪ ਲਾਇਓ, ਇਸ ਝੀਵਰ ਨੇ, ਝੀਵਰ ਜਾਪਦਾ ਸੀ ਬਾਬਾ ਮੋਤੀ ਰਾਮ, ਉਹਨੇ ਦੁੱਧ ਪਿਲਾਇਆ ਆ ਮਾਤਾ ਨੂੰ ਤੇ ਛੋਟੇ ਸਾਹਿਬਜ਼ਾਦਿਆਂ ਨੂੰ। ਗੁਰ ਕੋ ਮਾਤ ਬਾਲ ਸੁਖਦਾਈ, ਗੁਰੂ ਦੇ ਬੱਚੇ ਬਾਲ ਤੇ ਮਾਤਾ ਦੋਨੇ ਇਸੇ ਸੁਖਦਾਈ ਰਹੇ ਆ। ਤੁਸੀਂ ਇਹ ਦਿੰਦਾ ਰਿਹਾ, ਤੂੰ ਬੇਸ਼ੱਕ ਭੁੱਖੇ ਰੱਖਣ ਦੀ ਕੋਸ਼ਿਸ਼ ਕੀਤੀ ਆ, ਪਰ ਉਹ ਭੁੱਖੇ ਤਾਂ ਰਹੇ ਹੀ ਨਹੀਂ, ਉਹ ਤਾਂ ਸੁਖਦਾਈ ਰਹੇ ਆ। ਉਹ ਤੂੰ ਗਰਮ ਕੱਪੜੇ ਹੁੰਦੇ ਤੇ ਗਰਮ ਕੱਪੜੇ ਵੀ ਲੈ ਗਿਆ, ਉਹ ਸੁਖਦਾਈ ਰਹੇ ਆ। ਇਸੇ ਦੀਨ ਬਹੁਤ ਵਡਿਆਈ, ਇਸੇ ਕਰਕੇ ਉਹਨਾਂ ਨੇ ਬਹੁਤ ਸਾਰੀਆਂ ਅਸੀਸਾਂ, ਬਹੁਤ ਸਾਰੀਆਂ ਵਡਿਆਈਆਂ ਇਸ ਮੋਤੀ ਰਾਮ ਨੂੰ, ਇਸ ਝੀਵਰ ਨੂੰ ਦਿੱਤੀਆਂ ਆ। ਇਹ ਜ਼ਿਕਰ ਸ਼ਹੀਦਨਾਮਾ ਦੇ ਵਿੱਚ ਕਿਸ਼ਨ ਸਿੰਘ ਨੇ ਕੀਤਾ। ਜਦੋਂ ਪੰਮੇ ਦੀ ਗੱਲ ਪਹੁੰਚ ਗਈ ਜਿਹਦੇ ਕੋਲ, ਤੇ ਜਿਹੜੀ ਉਹ ਸ਼ੱਕ ਪਹਿਲਾਂ ਬਣੀ ਸੀ, ਉਹ ਸ਼ੱਕ ਹੁਣ ਪੱਕੀ ਹੋ ਗਈ, ਯਕੀਨ ਹੋ ਗਈ, ਪਹੁੰਚ ਗਈ। ਤੇ ਹੁਣ ਇਹਦਾ ਸ਼ੱਕ ਦੀ ਦੂਰ ਕਿੱਦਾਂ ਕਰਨੀ ਹੈ? ਇੱਕੋ ਹੀ ਤਰੀਕਾ ਆ ਵੀ ਮੋਤੀ ਰਾਮ ਨੂੰ ਕਚਹਿਰੀ ਸੱਦਿਆ ਜਾਵੇ। ਸੋ ਮੋਤੀ ਰਾਮ ਨੂੰ ਵਜੀਦ ਖਾਨ ਦੇ ਹੁਕਮ ਦੇ ਨਾਲ ਸੂਬਾ ਸਰਹੰਦ ਦੇ ਹੁਕਮ ਨਾਲ ਕਚਹਿਰੀ ਸੱਦਿਆ ਗਿਆ। ਹਾਂਜੀ ਸੱਦ ਕੇ ਉਹਨੂੰ ਪੁੱਛਿਆ ਗਿਆ। ਤੇ ਉਹ ਹੁਣ ਜ਼ਿੰਦਗੀ ਦਾ ਇੱਕੋ ਇੱਕ ਤਾਂ ਉਹ ਕਹਿੰਦਾ ਮੇਰੀ ਜ਼ਿੰਦਗੀ ਦਾ ਉਹ ਸੁੱਚਾ ਸੱਚ ਆ ਜੀ, ਕਿ ਮੈਂ ਗੁਰੂ ਪਰਿਵਾਰ ਦੀ ਸੇਵਾ ਕੀਤੀ, ਬਾਕੀ ਤਾਂ ਉਦਾਂ ਹੀ ਕਰਦਾ ਰਿਹਾ। ਹਾਂਜੀ ਬਾਕੀ ਤਾਂ ਨੌਕਰੀ ਲਈ ਕਰਦਾ ਰਿਹਾ। ਜੇ ਸੇਵਾ ਕੀਤੀ, ਲੰਗਰ ਪਕਾਉਣ ਦੀ ਵੀ, ਲੰਗਰ ਛਕਾਉਣ ਦੀ ਵੀ ਕੀਤੀ, ਜੇਲ੍ਹ ਦੇ ਸਿਆਸੀ ਕੈਦੀਆਂ ਨੂੰ, ਉਹ ਤਾਂ ਗੱਲ ਆ ਤਾਂ ਮੇਰੀ ਆਪਣੀ ਸੇਵਾ, ਇੱਕੋ ਇੱਕ ਸੁੱਚੀ ਸੇਵਾ ਮੇਰੀ ਗੁਰੂ ਪਰਿਵਾਰ ਦੀ। ਤੂੰ ਮੁਨਕਰ ਕਿੱਦਾਂ ਹੋ ਜਾਵਾਂ? ਕਹਿੰਦਾ ਹਾਂ ਜੀ ਦੁੱਧ ਪਿਆ, ਕਿਉਂਕਿ ਉਹਦਾ ਮੇਰੀ ਨੌਕਰੀ ਨਾਲ ਕੋਈ ਲੈਣਾ ਦੇਣਾ ਨਹੀਂ, ਉਹਦਾ ਤੇਰੇ ਨਾਲ ਵੀ ਲੈਣਾ ਦੇਣਾ, ਉਹ ਮੇਰੀ ਗੁਰੂ ਪਰਿਵਾਰ ਨਾਲ ਸ਼ਰਧਾ।
ਤੇ ਮੇਰਾ ਜਿੱਦਾਂ ਤੁਹਾਡੇ ਪੀਰ ਹੁੰਦੇ ਉਦਾਂ ਮੇਰਾ ਪੀਰ ਹੈ, ਤੇ ਮੇਰੇ ਪੀਰ ਦੀ ਮੇਰੇ ਗੁਰੂ ਦੀ ਮਾਤਾ ਆਈ ਹੋਵੇ, ਸਾਹਿਬਜ਼ਾਦੇ ਆਏ ਹੁਣ ਤੇ ਮੈਂ ਉਹਨੂੰ ਦੁੱਧ ਨਾ ਪਿਲਾਵਾਂ। ਜਦੋਂ ਮੰਨ ਗਿਆ ਆ ਤੇ ਉਹਨੂੰ ਕਿਹਾ ਵੀ ਤੇਰੀ ਜੁਰਮ ਤਾਂ ਬਹੁਤ ਵੱਡਾ, ਬਾਗੀਆਂ ਨੂੰ ਠਾਰ ਦੇਣਾ ਜੀ, ਬਾਗੀਆਂ ਦੀ ਪਰਵਰਿਸ਼ ਕਰਨੀ ਉੱਡਾ ਹੀ ਜੁਰਮ ਹੈ ਜਿੱਦਾਂ ਬਾਗੀਆਂ ਦਾ ਹੁੰਦਾ। ਵੀ ਹੁਣ ਤੂੰ ਵੀ ਆ ਜਾ ਫਿਰ ਉਸੇ ਦਾਇਰੇ 'ਚ ਹੀ ਸਵਾਲ ਤੇਰੇ ਤੇ ਇਹ ਵੀ ਤੂੰ ਛੱਡ ਦੇ ਆਪਣਾ ਜਿਹੜਾ ਧਰਮ ਤੂੰ ਮੰਨਦਾ ਆ ਤੇ ਇਸਲਾਮ ਦੇ ਦਾਇਰੇ 'ਚ ਆ ਜਾ, ਬਚਣ ਦਾ ਇੱਕੋ ਇੱਕ ਤਰੀਕਾ, ਨਹੀਂ ਤਾਂ ਫਿਰ ਉਹ ਬਾਗੀਆਂ ਦੇ ਖਾਤੇ 'ਚ ਤੂੰ ਆ ਗਿਆ, ਤੈਨੂੰ ਵੀ ਉਸੇ ਤਸੀਆਂ 'ਚੋਂ ਲੰਘਣਾ ਪਊਗਾ। ਜੀ, ਤੇ ਮੋਤੀ ਰਾਮ ਇੱਥੇ ਅੜ ਗਿਆ। ਆੜੋ ਇਸ ਕਰਕੇ ਗਿਆ ਹਾਂਜੀ, ਕਿ ਉਹਨੇ ਛੋਟੇ ਸਾਹਿਬਜ਼ਾਦੇ ਦੀ ਸ਼ਹਾਦਤ ਹੁੰਦੀ ਦੇਖੀ ਆ। ਜੀ ਜੀ, ਉਹ ਕਹਿੰਦਾ ਛੋਟੇ ਛੋਟੇ ਬੱਚਿਆਂ ਨੇ ਜਿਨ੍ਹਾਂ ਨੇ ਇਹਦੀ ਜ਼ਿੰਦਗੀ ਹੰਡਾਉਣੀ ਆ, ਉਹਨਾਂ ਨੇ ਆਪਣੀ ਉਮਰ ਦੀ ਨਹੀਂ ਪਰਵਾਹ ਕੀਤੀ, ਉਹਨਾਂ ਨੇ ਤੇਰੇ ਜ਼ੁਲਮ ਦੀ ਨਹੀਂ ਪਰਵਾਹ ਕੀਤੀ, ਉਹਨਾਂ ਨੇ ਕਿਸੇ ਦੀ ਪਰਵਾਹ ਨਹੀਂ ਕੀਤੀ, ਉਹ ਨਹੀਂ ਡੋਲੇ। ਤੇ ਮੈਂ ਤਾਂ ਉਮਰ ਹੰਡਾ ਚੁੱਕਾ, ਜੀ ਜੀ, ਤੇ ਮੈਨੂੰ ਤੂੰ ਕੀ ਕਰ ਲੇਗਾ, ਮੇਰਾ ਤੂੰ ਕੀ ਕਰ ਲੇਗਾ, ਮੈਂ ਉਮਰ ਹੰਡਾ ਚੁੱਕਾ, ਮੈਂ ਤਾਂ ਪਰਿਵਾਰ ਵਾਲਾ ਧੀਆਂ ਪੁੱਤਰਾਂ ਵਾਲਾ ਹੋ ਚੁੱਕਾ ਹੋਇਆ, ਤੇ ਮੈਂ ਤਾਂ ਆਪਣੀ ਉਮਰ ਦੇ ਨੇੜੇ ਪਹੁੰਚ ਗਿਆ ਹੋਇਆ, ਤੇ ਤੂੰ ਜੋ ਕਰਨਾ ਕਰ ਲਾ, ਉਹ ਕਰ ਲਾ। ਜੀ ਜੀ, ਬਈ ਧਰਮ ਨਹੀਂ ਛੱਡਣਾ, ਧਰਮ ਦੇ ਕੀਦੇ ਤੋਂ ਸਿੱਖੀ ਸਿੱਧਕ ਤੋਂ ਪਰੇ ਨਹੀਂ ਹੋਣਾ। ਹੁਣ ਮੇਰਾ ਸਿੱਖੀ ਸਿੱਧ ਗੁਰੂ ਤੇ ਆ ਗਿਆ, ਮਾਤਾ ਤੇ ਆ ਗਿਆ, ਅਸੀਸਾਂ ਉਹਨਾਂ ਦੀ ਮਿਲ ਗਈਆਂ, ਤੇ ਮੈਂ ਜਿਹੜੀ ਅਸੀਸਾਂ ਮੈਨੂੰ ਮਿਲੀਆਂ ਮੈਂ ਉਹਨਾਂ ਤੋਂ ਵਿਰਵੇ ਨਹੀਂ ਹੋਣਾ ਚਾਹੁੰਦਾ ਹੁਣ। ਜੀ, ਜਦੋਂ ਸੂਬੇ ਸਰਹੰਦ ਨੂੰ ਇਹੋ ਜੀ ਜਵਾਬ ਦੀ ਆਸ ਨਹੀਂ ਸੀ ਕਿ ਮੋਤੀ ਰਾਮ ਇਹੋ ਜਿਹਾ ਜਵਾਬ ਦਊਗਾ, ਹਾਲਾਂਕਿ ਛੋਟੇ ਸਾਹਿਬ ਦੇ ਇਹੋ ਜਵਾਬ ਛੋਟੇ ਸਾਹਿਬਜ਼ਾਦਿਆਂ ਨੇ ਇਹ ਜਵਾਬ ਦਿੱਤੇ ਸੀ ਇਹਨਾਂ ਨੇ, ਜੀ ਜੀ ਜੀ, ਪਰ ਛੋਟੇ ਸਾਹਿਬਜ਼ਾਦਿਆਂ ਬਾਰੇ ਉਹ ਸਮਝਦਾ ਸੀ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਆ, ਹਾਂਜੀ, ਗੁਰੂ ਪਰਿਵਾਰ 'ਚ ਪੱਲੇ ਆ, ਜੀ, ਇਹ ਤਾਂ ਮੈਨੂੰ ਜਵਾਬ ਨਹੀਂ ਦੇ ਸਕਦਾ, ਇਹ ਤਾਂ ਮੇਰਾ ਨੌਕਰ ਆ। ਜੀ ਜੀ, ਪਰ ਹੁਣ ਨੌਕਰ ਵਾਲੀ ਗੱਲ ਨਹੀਂ ਸੀ, ਹੁਣ ਤਾਂ ਧਰਮ ਦੀ ਗੱਲ ਆ ਗਈ ਸੀ। ਜੀ, ਤੇ ਗੁਰਬਾਣੀ ਕਹਿੰਦੀ ਆ, ਗੁਰਮਤਿ ਇਤਿਹਾਸ ਕਹਿੰਦਾ ਆ, ਸਾਡਾ ਅਕੀਦਾ ਕਹਿੰਦਾ, ਸਾਡਾ ਫਲਸਫਾ ਕਹਿੰਦਾ, ਸਾਡਾ ਗੁਰੂ ਕਹਿੰਦਾ ਕਿ ਜਦੋਂ ਧਰਮ ਦੀ ਗੱਲ ਹੋਵੇ ਨਾ ਉਦੋਂ ਮਾਲਕ ਤੇ ਨੌਕਰ ਵਾਲੀ ਗੱਲ ਨਹੀਂ ਰਹਿੰਦੀ। ਉਦੋਂ ਭਾਵੇਂ ਪਿਓ ਵੀ ਹੋਵੇ ਰਾਜਗੱਦੀ ਤੇ ਬੈਠਾ ਹੋਇਆ, ਉਹਦੇ ਖਿਲਾਫ ਵੀ ਬਗਾਵਤ ਕਰਨੀ ਪਊ ਜੇ ਤੁਸੀਂ ਧਰਮ ਤੇ ਖੜੇ ਹੋ। ਗੁਰਬਾਣੀ ਨੇ ਇਹ ਗੱਲ ਕਹੀ ਆ। ਜੀ ਜੀ, ਮੈਂ ਸਾਡੀ ਨਾ ਇਤਿਹਾਸ ਦੀ ਪ੍ਰੀ ਹਿਸਟੋਰਿਕ ਪੀਰੀਅਡ ਦੀ ਸਾਖੀ ਆ। ਯੋਗ ਵਿਸ਼ਿਸ਼ਟ ਗ੍ਰੰਥ ਦੇ ਵਿੱਚ ਸਭ ਤੋਂ ਪਹਿਲਾਂ ਵਾਲਮੀਕ ਨੇ ਲਿਖੀ ਸੀ, ਭਗਵਾਨ ਵਾਲਮੀਕ ਨੇ ਕਹਿੰਦੇ ਨੇ, ਮਹਾਰਿਸ਼ੀ ਵਾਲਮੀਕ ਕਹਿੰਦੇ ਨੇ, ਉਹਨਾਂ ਨੇ ਲਿਖੀ ਸੀਗੀ ਜੀ। ਉੱਥੋਂ ਚਲਦੀ ਸਾਡੇ ਜਾਨੀ ਭਾਰਤੀ ਸੰਸਕ੍ਰਿਤੀ ਦੀ ਸਾਖੀ ਬਣੀ ਆ। ਪ੍ਰਹਲਾਦ ਵਾਲੀ ਵੀ ਤੇ ਧਰੂ ਵਾਲੀ ਵੀ ਸਾਖੀਆਂ ਦੋਨੇ ਉੱਥੋਂ ਆਈਆਂ, ਯੋਗ ਵਿਸ਼ਿਸ਼ਟ ਗ੍ਰੰਥ ਤੋਂ ਆਈਆਂ ਨੇ। ਤੇ ਉਹਦਾ ਜ਼ਿਕਰ ਬਾਣੀ 'ਚ ਬੜੇ ਵਾਰੀ ਕੀਤਾ ਗਿਆ, ਧਰੂ ਦਾ ਵੀ ਕੀਤਾ ਗਿਆ, ਪ੍ਰਹਲਾਦ ਦਾ ਵੀ ਕੀਤਾ ਗਿਆ। ਜੇ ਕਿਤੇ ਸਤਿਗੁਰੂ ਸਿੱਖਿਆ ਵੀ ਦਿੰਦੇ ਨਾ, ਕਹਿੰਦੇ ਵੀ ਨਾਮ ਕਿੱਦਾਂ ਜਪਣਾ, ਤੇ ਕਹਿੰਦੇ ਨਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਲਾਦ ਜਪਿਓ ਹਰ ਜੈਸੇ। ਤੇ ਉਹਦੀ ਇੱਕ ਸਿੱਖਿਆ ਹੋ ਰਿਹਾ ਕਿ ਹਰਨਾਕਸ਼ ਜਿਹੜਾ ਉਹ ਪ੍ਰਹਲਾਦ ਦਾ ਬਾਪ ਆ। ਹਾਂਜੀ ਹਾਂਜੀ, ਪਰ ਜ਼ਾਲਮ ਹੋ ਗਿਆ ਜੀ, ਆਪਣੀ ਈਨ ਬਣਾਉਣਾ ਚਾਹੁੰਦਾ ਆ, ਰੱਬ ਦੇ ਉੱਤੇ ਯਕੀਨ ਨਹੀਂ ਰੱਖਦਾ, ਆਪਣੇ ਆਪ ਨੂੰ ਰੱਬ ਸਮਝੀ ਬੈਠਾ ਆ, ਤੇ ਉਹਦੇ ਮਾਰੇ ਪ੍ਰਹਲਾਦ ਅੜ ਗਿਆ ਜੀ। ਤੇ ਸਤਿਗੁਰੂ ਕਹਿੰਦੇ ਹਰ ਯੁਗ ਯੁਗ ਭਗਤ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਪ੍ਰਹਲਾਦ ਜਨ ਤੂੰ ਰੱਖ ਹਰਨਾਕਸ਼ ਮਾਰਿਆ ਕਿ ਤੂੰ ਆਪਣੇ ਭਗਤਾਂ ਨੂੰ ਰੱਖ ਲੈਣਾ ਆ, ਪ੍ਰਹਲਾਦ ਨੂੰ ਰੱਖ ਲੈਣਾ, ਤੂੰ ਹਰਨਾਕਸ਼ ਨੂੰ ਮਾਰ ਦੇਣਾ ਆ। ਜਿੱਥੇ ਧਰਮ ਦੀ ਗੱਲ ਤੇ ਆ, ਧਰਮ ਦੀ ਗੱਲ ਆ ਗਈ ਆ ਜੀ। ਜਿੱਥੇ ਨੇਕੀ ਤੇ ਬਦੀ ਦੀ ਗੱਲ ਆ ਗਈ, ਜੇ ਕੋਈ ਬਦੀ ਨਾਲ ਖੜਾ ਆ, ਅਧਰਮ ਦੇ ਨਾਲ ਖੜਾ ਆ, ਜੇ ਕੋਈ ਜ਼ੁਲਮ ਦੇ ਨਾਲ ਖੜਾ ਆ, ਉੱਥੇ ਧਰਮੀ ਪੁਰਸ਼ ਦਾ, ਨੇਕ ਪੁਰਸ਼ ਦਾ ਫਰਜ਼ ਇਹ ਆ ਕਿ ਉਹਦੇ ਖਿਲਾਫ ਖੜ ਜਾਵੇ, ਬੇਸ਼ੱਕ ਪਿਓ ਵੀ ਹੋਵੇ ਜੀ। ਇਹ ਸਿੱਧ ਤੀ ਨਾ ਹਰਨਾਕਸ਼ ਦੀ ਪ੍ਰਹਲਾਦ ਦੀ ਸਾਖੀ ਚੋਂ। ਤੇ ਇੱਥੇ ਹੁਣ ਮਾਲਕ ਨੌਕਰ ਵਾਲੀ ਗੱਲ ਨਹੀਂ ਆਈ, ਤੇ ਉਹ ਮਾਲਕ ਬਣ ਕੇ ਵੀ ਜਿੱਦਾਂ ਗੱਲ ਕਰ ਰਿਹਾ, ਤੂੰ ਮੇਰੀ ਗੱਲ ਨਹੀਂ ਮੰਨ ਰਿਹਾ ਜੀ ਜੀ। ਤੂੰ ਇੱਕ ਬਾਗੀਆਂ ਨਾਲ ਗੱਲ ਕੀਤੀ, ਇੱਕ ਬਗਾਵਤ ਕੀਤੀ, ਦੂਜੀ ਤੂੰ ਮੇਰੀ ਗੱਲ ਨਹੀਂ ਮੰਨ ਰਿਹਾ। ਪਰ ਮੋਤੀ ਰਾਮ ਕਹਿੰਦਾ ਹੁਣ ਮਾਲਕ ਨੌਕਰ ਦੀ ਗੱਲ ਤਾਂ ਰਹੀ ਨਹੀਂ, ਹੁਣ ਤਾਂ ਧਰਮ ਦੀ ਗੱਲ ਆ ਗਈ ਆ, ਹੁਣ ਤਾਂ ਨੇਕੀ ਤੇ ਬਦੀ ਦੀ ਗੱਲ ਆ ਗਈ। ਤੂੰ ਬਦੀ ਦਾ ਪ੍ਰਤੀਕ ਹੈ, ਸਰਹੰਦ 'ਚ ਮੈਂ ਨੇਕੀ ਦਾ ਪ੍ਰਤੀਕ ਬਣ ਗਿਆ ਜੀ ਜੀ। ਮੈਂ ਗੁਰੂ ਤੇ ਨਿਸ਼ਚਾ ਲੈ ਆਂਦਾ, ਮੈਂ ਸੱਚ ਤੇ ਨਿਸ਼ਚਾ ਲੈ ਆਂਦਾ, ਮੈਂ ਧਰਮ ਤੇ ਨਿਸ਼ਚਾ ਲੈ ਆਂਦਾ, ਤੂੰ ਨਿਸ਼ਚਾ ਮੇਰਾ ਤੋੜਨਾ ਚਾਹੁੰਦਾ ਹੈ ਤੇ ਤੂੰ ਪਰਖਲਾ ਫਿਰ ਜੀ। ਇਸ ਗੱਲ ਨੇ ਸੂਬੇ ਨੂੰ ਚੜਾ ਦਿੱਤਾ ਜੀ। ਤੇ ਉਹ ਕਹਿੰਦਾ ਫਿਰ ਤੈਨੂੰ ਵੀ ਇਦਾਂ ਨਹੀਂ, ਫਿਰ ਤੈਨੂੰ ਨਹੀਂ, ਤੇਰੇ ਪਰਿਵਾਰ ਨੂੰ, ਉਹਨੇ ਸਾਰਾ ਪਰਿਵਾਰ ਸੱਦ ਲਿਆ। ਠੀਕ, ਬਾਬਾ ਮੋਤੀ ਰਾਮ ਦੀ ਮਾਤਾ ਵੀ ਸੱਦ ਲਈ, ਪਤਨੀ ਵੀ ਸੱਦ ਲਈ, ਪੁੱਤਰ ਵੀ ਸੱਦ ਲਿਆ। ਕਹਿੰਦਾ ਲੈ ਫਿਰ ਜੇ ਧਰਮ ਨਿਭਾਉਣਾ ਹੈ ਤੇ ਹੁਣ ਨਿਭਾ ਕੇ ਦਿਖਾ ਜੀ। ਸਾਹਿਬਜ਼ਾਦੇ ਕੰਧ 'ਚ ਚਿਣੇ ਸੀਗੇ, ਜਵਾਬ ਕੀਤੇ ਸੀ ਮੈਂ ਕੋਲੂ 'ਚ ਪੀਟ ਕੇ ਸ਼ਹੀਦ ਕਰੂੰਗਾ, ਤੁਹਾਨੂੰ ਸਾਰਿਆਂ ਨੂੰ ਕੋਲੂ 'ਚ ਪੀਟ ਕੇ ਮਾਰੂੰਗਾ। ਤੇ ਉਹ ਕਹਿੰਦਾ ਲਿਆਓ ਜੀ, ਡੋਲਣਾ ਚਾਹੀਦਾ ਬੰਦਾ। ਮੋਤੀ ਰਾਮ ਨਹੀਂ ਡੋਲ ਰਿਹਾ ਜੀ ਜੀ, ਡੋਲਣਾ ਚਾਹੀਦਾ ਕਿਸ ਤਰ੍ਹਾਂ, ਇਹਦੇ ਪੁੱਤਰ ਨੂੰ ਪਹਿਲਾਂ ਪੀੜੋ ਜੀ। ਉਹਦੇ ਪੁੱਤਰ ਨੂੰ ਪੀੜਨਾ ਸ਼ੁਰੂ ਕੀਤਾ, ਪਰ ਮੋਤੀ ਰਾਮ ਢੋਲ, ਪੁੱਤਰ ਵੀ ਡੋਲਿਆ, ਮਾਤਾ ਵੀ ਡੋਲਿਆ। ਉਹ ਸਾਹਿਬਜ਼ਾਦਿਆਂ ਦੀ ਚੰਗ ਸਾਰੀ ਸਰਹੰਦ 'ਚ ਆ ਚੁੱਕੀ ਆ। ਪੁੱਤਰ ਵੀ ਪੀੜ ਦਿੱਤਾ, ਪਤਨੀ ਵੀ ਪੀੜ ਦਿੱਤੀ, ਮਾਤਾ ਵੀ ਪੀੜ ਦਿੱਤੀ। ਬਾਬਾ ਮੋਤੀ ਰਾਮ ਫਿਰ ਵੀ ਡੋਲਿਆ ਤੇ ਮੋਤੀ ਰਾਮ ਨੂੰ ਵੀ ਕੋਲੂ 'ਚ ਪੀੜ ਦਿੱਤਾ। ਪੂਰਾ ਪਰਿਵਾਰ ਸਰਬੰਸਦਾਨੀ ਗੁਰੂ ਦੀ ਸੇਵਾ ਕਰਦਿਆਂ ਕਰਦਿਆਂ ਆਪਣਾ ਪੂਰਾ ਪਰਿਵਾਰ ਜਿਹੜਾ ਕੋਲੂ 'ਚ ਪਾ ਲਿਆ ਬਾਬਾ ਮੋਤੀ ਰਾਮ ਨੇ। ਇਹ ਗੱਲ ਵੀ ਨੂਰੇ ਮਾਹੀ ਨੇ
ਸਤਿਗੁਰੂ ਨੂੰ ਦੱਸੀ ਆ। ਜੀ ਜੀ। ਔਰ ਸਤਿਗੁਰੂ ਨੇ ਇਹ ਗੱਲ ਸੁਣੀ ਆ। ਜਦੋਂ ਸਤਿਗੁਰੂ ਨੇ ਇਹ ਗੱਲ ਸੁਣੀ ਆ ਨਾ, ਹਾਂਜੀ, ਮੈਂ ਇਹਦੇ ਹਵਾਲੇ ਵੈਸੇ ਦੇ ਲਵਾਂ ਕਿ ਕਈ ਵਾਰੀ ਇਦਾਂ ਹੁੰਦਾ ਵੀ ਉਦਾਂ ਹੀ ਗੱਲ ਤੁਸੀਂ ਕਹੀ ਨਾ ਜਾਓ। ਇਹਦੇ ਹਵਾਲੇ ਮੈਂ 3 ਗ੍ਰੰਥਾਂ ਚੋਂ, ਜਿਹੜੇ ਸਾਡੇ ਪੁਰਾਤਨ ਗ੍ਰੰਥ ਨੇ ਇਤਿਹਾਸ ਦੇ, ਜਦੋਂ ਵੀ ਆਪਾਂ ਇੱਥੇ ਮੈਂ ਹਵਾਲਿਆਂ ਦੀ ਗੱਲ ਕਰਦਾ, ਹਾਂਜੀ, 3 ਗ੍ਰੰਥਾਂ ਦੀ ਮੈਂ ਗੱਲ ਹੁਣ ਕਰਨ ਲੱਗਾ। ਪਰ ਜਦੋਂ ਵੀ ਕਿਸੇ ਗ੍ਰੰਥ ਦੀ ਗੱਲ ਮੈਂ ਕਰਦਾ, ਮੈਂ ਆਮ ਤੌਰ ਤੇ ਉਹਨਾਂ ਗ੍ਰੰਥਾਂ ਦੀ ਗੱਲ ਹੀ ਕਰਦਾ ਹਵਾਲੇ ਵਜੋਂ ਜਿਹੜੇ ਗੁਰੂ ਕੇ ਸਿੱਖਾਂ ਨੇ ਲਿਖੇ ਆ ਔਰ ਗੁਰੂ ਕਾਲ ਦੇ ਵਿੱਚ ਜਾਂ ਮਿਸਲਾਂ ਦੇ ਕਾਲ ਦੇ ਵਿੱਚ ਹੀ ਲਿਖੇ ਗਏ ਆ। ਯਾਨੀ ਜਾਂ ਅਸੀਂ ਹਵਾਲਾ ਦੇ ਰਹੇ ਆ ਗੁਰਬਲਾਸ ਪਾਤਸ਼ਾਹੀ ਛੇਵੀਂ ਦੇ ਦਿੱਤੇ ਹਵਾਲੇ ਜੀ, ਜਾਂ ਅਸੀਂ ਭਾਈ ਗੁਰਦਾਸ ਦੇ ਹਵਾਲੇ ਦਿੱਤੇ ਆ, ਜਾਂ ਗੁਰੂ ਗੋਬਿੰਦ ਸਿੰਘ ਦੇ 52 ਕਵੀਆਂ ਦੇ ਹਵਾਲੇ ਦਿੱਤੇ ਆ, ਜਾਂ ਗੁਰਬਲਾਸ ਪਾਤਸ਼ਾਹੀ 10ਵੀਂ ਦੇ ਦਿੱਤੇ ਆ, ਜਾਂ ਭਾਈ ਮਣੀ ਸਿੰਘ ਦੀਆਂ ਲਿਖਤਾਂ ਦੇ, ਕੋਇਰ ਸਿੰਘ ਦੀਆਂ ਲਿਖਤਾਂ ਦੇ ਹਵਾਲੇ ਦਿੱਤੇ ਆ, ਗਿਆਨੀ ਸੁੱਖਾ ਸਿੰਘ ਜਿਹੜੇ ਗੁਰੂ ਗੋਬਿੰਦ ਸਿੰਘ ਦੇ ਉਹਨਾਂ ਦੇ ਸੀਗੇ ਗੁਰੂ ਸਾਹਿਬ ਦੇ ਵੇਲੇ ਦੇ, ਉਹਨਾਂ ਦੇ ਹਵਾਲੇ ਦਿੱਤੇ ਆ, ਤੇ ਜਾਂ ਸੂਰਜ ਪ੍ਰਕਾਸ਼ ਦੇ ਹਵਾਲੇ ਦਿੱਤੇ ਆ, ਪੰਥ ਪ੍ਰਕਾਸ਼ ਦੇ ਹਵਾਲੇ ਦਿੱਤੇ, ਖਾਲਸਾ ਤਵਾਰੀਖ ਦੇ ਹਵਾਲੇ ਦਿੱਤੇ ਆ। ਤੇ ਉਹਨਾਂ ਤੋਂ ਸੇਧ ਲੈ ਕੇ ਜਿਨ੍ਹਾਂ ਨੇ ਲਿਖਿਆ, ਭਾਈ ਵੀਰ ਸਿੰਘ ਜੀ, ਪ੍ਰੋਫੈਸਰ ਸਾਹਿਬ ਸਿੰਘ ਜੀ, ਉਹਨਾਂ ਦੇ ਇਤਿਹਾਸ ਦੇ ਹਵਾਲੇ ਦਿੱਤੇ ਆ। ਮੈਂ ਜਿਹੜੇ ਬਾਹਰਲੇ ਸੀਗੇ ਕੋਈ, ਜਾਂ ਜਿਹੜੇ ਮੌਕੇ ਦੇ ਮੁਸਲਮਾਨ ਲਿਖ ਕੋਈ ਆ ਮੌਕੇ ਦੇ, ਉਹਨਾਂ ਨੇ ਕਦੇ ਕਦੇ ਜਿਹੜਾ ਸੱਚ ਲਿਖਦਾ ਉਹਦੀ ਗੱਲ ਕਹੀ। ਜਿਨ੍ਹਾਂ ਨੇ ਬਾਅਦ ਚ ਉਤਾਰਿਆਂ ਦੀ ਨਕਲ ਕਰਕੇ ਲਿਖਿਆ, ਮੈਂ ਕਿਸੇ ਐਸੇ ਇਤਿਹਾਸ ਕਰਦਾ ਨਾ ਮਕਾਲਫ ਦਾ, ਨਾ ਕਨਿਮਗਮ ਦਾ ਨਹੀਂ ਤੇ ਮਕਾਲਫ ਦਾ ਵੀ ਨਹੀਂ। ਕਾਰਨ ਇੱਕੋ ਇੱਕ, ਕਨਿੰਗਮ ਤੇ ਮਕਾਲਖ ਦੇ ਹਵਾਲੇ ਨਾ ਦੇਣ ਦਾ ਕਾਰਨ ਇੱਕੋ ਇੱਕ ਆ, ਉਹ ਤਾਂ ਸਾਡੇ ਵਾਂਗੂ ਆ, ਬਾਹਰੋਂ ਗਏ ਸੀ, ਉਹਨਾਂ ਨੂੰ ਜੋ ਦੱਸਿਆ ਗਿਆ, ਜੋ ਸੁਣ ਲਿਆ, ਉਹਨਾਂ ਨੇ ਉਹ ਕੁਝ ਹੀ ਲਿਖਿਆ ਆ। ਜਿਹੜੇ ਅਨੁਭਵ ਦੀ ਗੱਲ ਸੀ, ਗੁਰਸਿੱਖ ਦਾ ਜਿਹੜਾ ਆਪਣਾ ਅਨੁਭਵ ਹੁੰਦਾ ਸਿੱਖੀ ਨਾਲ ਜੁੜਿਆ ਹੋਇਆ, ਅਨੁਭਵ ਦੀ ਗੱਲ ਨਾਲ ਆਉਣੀ ਆ, ਨਾਲ ਸੀਨਾ ਬਸੀਨਾ ਗੱਲ ਆਉਣੀ ਆ। ਜਿੱਦਾਂ ਰਤਨ ਸਿੰਘ ਭੰਗੂ ਨੇ ਲਿਖਿਆ ਪੰਥ ਪ੍ਰਕਾਸ਼ ਤੇ, ਉਹ ਕਹਿੰਦਾ ਵੀ ਉਹਦਾ ਮੇਰੇ ਪਿਤਾ ਦੇ ਨਾਲ ਵਾਪਰਿਆ ਸਾਰਾ ਕੁਝ, ਮੈਂ ਉਹ ਤੋਂ ਸੁਣਿਆ ਤੇ ਜੋ ਕੁਝ ਸੁਣਿਆ ਉਹ ਲਿਖਿਆ। ਏਦਾਂ ਹੀ ਸੂਰਜ ਪ੍ਰਕਾਸ਼ ਨੇ ਜੋ ਗਿਆਨੀ ਸੰਤੋਖ ਨੇ ਲਿਖਿਆ, ਉਹ ਬਜ਼ੁਰਗਾਂ ਤੋਂ ਸੁਣਿਆ ਹੋਇਆ ਤੇ ਨਾਲ ਨਾਲ ਉਹਨੂੰ ਆਪਣੇ ਅਨੁਭਵ ਦੇ ਵਿੱਚ ਉਤਾਰ ਕੇ ਲਿਖਿਆ। ਏਦਾਂ ਹੀ ਜਿਹੜਾ ਮਹਿਮਾ ਪ੍ਰਕਾਸ਼ ਆਪਾਂ ਉਹਦੇ ਹਵਾਲਾ ਦਿੰਦੇ ਆ। ਗੁਰੂ ਅਮਰਦਾਸ ਦੇ ਬੰਸ ਚੋਂ 8ਵੀਂ ਪੀੜ੍ਹੀ ਆ, ਔਰ ਖਾਲਸੇ ਦੇ ਨਾਲ ਵਿਚਲੀ ਸਾਰੀ ਪੀੜ੍ਹੀ, ਉਸ ਪਰਿਵਾਰ ਨੇ ਬੜੀਆਂ ਸ਼ਹਾਦਤਾਂ ਦਿੱਤੀਆਂ। 8ਵੀਂ ਪੀੜ੍ਹੀ ਨੇ ਇਤਿਹਾਸ ਲਿਖਿਆ, ਜਿਹੜਾ ਉਹ ਇਤਿਹਾਸ ਹੈ, ਜਿਹੜਾ ਸਾਡੇ ਮੁੱਢਲੇ ਇਤਿਹਾਸ ਦੇ ਸਰੋਤ ਆ, ਜਿਨ੍ਹਾਂ ਨੂੰ ਗਿਆਨੀ ਸੋਹਣ ਸਿੰਘ ਸੀਤਲ ਜਿਹੜਾ ਕਹਿੰਦਾ ਸਾਡੇ ਸਿੱਖ ਇਤਿਹਾਸ ਦੇ ਸਰੋਤ ਗ੍ਰੰਥ ਜਿਹੜੇ ਆ, ਅਸੀਂ ਸਰੋਤ ਗ੍ਰੰਥਾਂ ਦੇ ਹਵਾਲੇ ਤੇ ਮੈਂ ਸਰੋਤ ਗ੍ਰੰਥਾਂ ਦੇ ਵਿੱਚੋਂ 3 ਗ੍ਰੰਥਾਂ ਦੇ ਹਵਾਲੇ ਇਸ ਗੱਲ ਬਾਰੇ ਦਿੱਤੇ ਆ। ਬਾਬਾ ਮੋਤੀ ਰਾਮ ਦੀ ਗੱਲ ਕਰਦਿਆਂ ਜੀ, ਇੱਕ ਗੁਰੂ ਗੋਬਿੰਦ ਸਿੰਘ ਦੇ 52 ਕਵੀਆਂ ਚੋਂ ਹਾਂਜੀ ਭਾਈ ਦੁਨਾ ਸਿੰਘ ਹਡੂਰੀਆ, ਉਹਦਾ ਹਵਾਲਾ ਦਿੱਤਾ। ਇੱਕ ਸੰਤ ਪ੍ਰੇਮ ਸਿੰਘ, ਉਹਦਾ ਹਵਾਲਾ ਦਿੱਤਾ। ਤੇ ਜਾਂ ਫਿਰ ਸ਼ਹੀਦਨਾਮਾ ਜਿਹੜਾ ਕਿਸ਼ਨ ਸਿੰਘ ਨੇ ਲਿਖਿਆ ਸਾਕਾ ਸਨਾਮ ਤੋਂ 50 ਸਾਲ ਬਾਅਦ ਚ, ਉਹਦਾ ਹਵਾਲਾ ਦਿੱਤਾ। ਤੇ ਮੈਂ ਸ਼ਹੀਦਨਾਮਾ ਦਾ ਹਵਾਲਾ ਦੇ ਦਿਆਂ। ਫਿਰ ਜਬ ਦੁਸ਼ਟਣ ਮੋਤੀ ਗਹਿ ਲੀਨਾ, ਜਦੋਂ ਮੋਤੀ ਨੂੰ ਪਕੜ ਲਿਆ, ਹਾਂਜੀ, ਕੋਲੂ ਨਿਗੜ ਤਿੰਨੇ ਬੰਦ ਦੀਨਾ, ਉਹਨੂੰ ਕੋਲੂ ਦੇ ਨੇੜੇ ਬੰਨ ਲਿਆ। ਸਭ ਪਰਿਵਾਰੇ ਸੰਗ ਸਾਥ ਲਗਾਇਓ, ਮ੍ਰਿਤੂ ਦੰਡ ਤਿਨ ਸਭੇ ਸੁਨਾਇਓ। ਕਿ ਮੋਤੀ ਨੂੰ ਤਾਂ ਬੰਨ ਦਿੱਤਾ ਗਿਆ ਕੋਲੂ ਦੇ ਨੇੜੇ, ਤੇ ਉਹਦੇ ਸਾਹਮਣੇ ਸਾਰਾ ਪਰਿਵਾਰ ਜਿਹੜਾ ਸੀਗਾ ਕੋਲੂ ਦੇ ਵਿੱਚ ਪੀੜ ਦਿੱਤਾ ਗਿਆ। ਕਿਉਂਕਿ ਜਦੋਂ ਮੋਤੀ ਰਾਮ ਦਾ ਜਵਾਬ ਸੀ, ਉਹਨੂੰ ਸੁਣ ਕੇ ਹੀ ਸੂਬਾ ਸਰਹੰਦ ਜਿਹੜਾ ਸੀਗਾ ਉਹ ਇੱਕਦਮ ਤੈਸ਼ ਆ ਗਿਆ ਸੀ, ਗੁੱਸੇ 'ਚ ਆ ਗਿਆ ਸੀ। ਇਹਨੂੰ ਕਹਿੰਦਾ ਉਦੋਂ ਵੀ ਜ਼ਿਆਦਾ ਸਜ਼ਾ ਦੇਣੀ ਆ। ਇਹ ਸੁਣ, ਸ਼ਹੀਦਨਾਮਾ ਦੇ ਹਵਾਲਾ ਹੈ ਜੀ। ਇਹ ਸੁਣ ਰਿਸਿਓ ਬਹੁਤ ਵਜ਼ੀਰਾ, ਤਿਸੇ ਤਿਆਗੀ ਸਗਲੀ ਧੀਰਾ, ਪਕੜ ਮੰਗਾਇਓ ਸਭ ਪਰਿਵਾਰਾ, ਉਨ ਪਰ ਕੀਨੋ ਜ਼ੁਲਮ ਕਰਾਰਾ, ਕੋਡੜੇ ਮਾਰ ਕੀਏ ਅਧਮੋਏ। ਕਹਿੰਦਾ ਪਹਿਲਾਂ ਕੋਡੜੇ ਮਾਰ ਕੇ ਅਧਮੋਇਆ ਕਰ ਲਿਆ ਪਰਿਵਾਰ ਨੂੰ ਸਾਹਮਣੇ। ਹਿੰਦੂ ਦੇਖ ਤਰਾਹੇ ਬਿਗੋਏ। ਕਹਿੰਦੇ ਜਿਹੜਾ ਵੀ ਹਿੰਦੂ ਦੇਖਦਾ ਆ ਉਹ ਤਾਂ ਤਰਾ ਕਰ ਉੱਠਦਾ ਹੈ। ਬੇਡਾ ਜ਼ੁਲਮ ਵੀ ਸਾਡੇ ਤੇ ਹੋਣਾ ਸੀ, ਏਡਾ ਜ਼ੁਲਮ ਵੀ ਹੋਇਆ। ਪੁੰਨੇ ਲੀਨੋ ਜਲਾਦ ਬੁਲਾਈ, ਹੁਕਮ ਦਿਓ ਤੁਮ ਕੋਲੂ ਲਿਆਈ, ਸਭ ਕੁਟੁੰਬ ਤਹਿ ਕੋਲੂ ਪੜਾਇਆ, ਫਾਨੀ ਦੁਨੀ ਤੇ ਨਾਮ ਕਮਾਇਆ। ਕੋਲੂ ਦੇ ਵਿੱਚ ਸਾਰੇ ਪਰਿਵਾਰ ਨੂੰ ਪੀੜ ਦਿੱਤਾ ਗਿਆ ਆ। ਇਸ ਨਾਸ਼ਵਾਨ ਦੁਨੀਆ 'ਚ ਕਹਿੰਦੇ ਬਾਬਾ ਮੋਤੀ ਦਾ ਕਿਸ਼ਨ ਸਿੰਘ ਸ਼ਹੀਦਨਾਮੇ ਵਾਲਾ ਆਪਣੇ ਵੱਲੋਂ ਕਹਿੰਦਾ ਕਿ ਫਾਨੀ ਦੁਨੀਆ ਤੇ ਨਾਸ਼ਵਾਨ ਦੁਨੀਆ ਦੇ ਉੱਤੇ ਬਾਬਾ ਮੋਤੀ ਰਾਮ ਦਾ ਨਾਂ ਅਮਰ ਹੋ ਗਿਆ ਸ਼ਹਾਦਤ ਜੀ। ਮੈਂ ਹਵਾਲੇ ਤਾਂ ਕਿ ਦਿੱਤੇ ਕਿ ਇਹ ਸਾਰੀਆਂ ਗੱਲਾਂ ਜਿਹੜੀਆਂ ਨੂਰੇ ਮਾਹੀ ਦੇ ਮੂੰਹੋਂ ਵੀ ਕਹੀਆਂ ਸ਼ਹੀਦਨਾਮਾ ਦੇ ਵਿੱਚ ਕਿਸ਼ਨ ਸਿੰਘ ਨੇ, ਕਿ ਗੁਰੂ ਗੋਬਿੰਦ ਸਿੰਘ ਨੂੰ ਦੱਸਿਆ ਤੇ ਗੁਰੂ ਗੋਬਿੰਦ ਸਿੰਘ ਨੇ ਇਹ ਸਾਰਾ ਕੁਝ ਸੁਣਿਆ। ਇੱਥੇ ਥੋੜੀ ਜਿਹੀ ਰਹਾਉ ਜਾ ਕੇ ਮੈਂ ਕਹਿਣਾ ਚਾਹੁੰਦਾ ਕਿ ਪਹਿਲਾਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਜੀ ਬਹੁਤ ਵੱਡੀ ਸ਼ਹਾਦਤ, ਹਾਂਜੀ, ਨਿੱਕੀਆਂ ਜਿੰਦਾਂ
ਵੱਡਾ ਸਾਕਾ ਸੀ ਕਹਿੰਦੇ ਆ। ਜੀ ਜੀ ਬਾਅਦ ਚ ਮਾਤਾ ਗੁਜਰੀ ਜੀ ਦੀ ਸ਼ਹਾਦਤ, ਬਹੁਤ ਵੱਡੀ ਸ਼ਹਾਦਤ, ਫਿਰ ਸੰਸਕਾਰ ਨਾ ਕਰਨ ਦੇਣਾ, ਜੀ। ਬਹੁਤ ਵੱਡਾ ਜ਼ੁਲਮ। ਤੇ ਬਾਬਾ ਮੋਤੀ ਰਾਮ ਨੂੰ ਸਿਰਫ ਇਸ ਕਰਕੇ ਕਿ ਉਹਨੇ ਜਾ ਕੇ ਦੁੱਧ ਪਿਲਾਇਆ ਆ, ਜੀ ਉਹਦੇ ਪੂਰੇ ਪਰਿਵਾਰ ਨੂੰ ਕੋਲੂ ਚ ਪੀੜ ਦੇਣਾ ਜ਼ੁਲਮ ਦੀ ਇੰਤਹਾ ਹੋ ਗਈ। ਜੀ ਪੂਰੇ ਪਰਿਵਾਰ ਨੂੰ ਕੋਲੂ ਚ ਪੀੜ ਦੇਣਾ, ਯਾਨੀ ਕਿ ਕੋਈ ਇਦੋਂ ਉੱਤੇ ਕੁਝ ਸੋਚ ਸਕਦਾ? ਹਾਂਜੀ ਇਦੋਂ ਉੱਤੇ ਜ਼ੁਲਮ ਜਿਹੜਾ ਸੀ, ਜ਼ੁਲਮ ਦੀ ਇੰਤਹਾ ਹੋ ਗਈ। ਤੇ ਗੁਰੂ ਗੋਬਿੰਦ ਸਿੰਘ ਨੇ ਸਾਰਾ ਕੁਛ ਸੁਣਿਆ ਆ, ਨਾਲ ਨਾਲ ਉਹ ਸੁਣ ਰਿਹਾ, ਨਾਲ ਨਾਲ ਤੀਰ ਦੇ ਨਾਲ ਕਾਹੀ ਦਾ ਜਿਹੜਾ ਬੂਟਾ ਹੈ ਨਾ, ਉਹਨੂੰ ਪੁੱਟ ਉਹਦੀਆਂ ਜਿਹੜਾ ਜਿੱਦਾਂ ਸ਼ੁਰੂ ਤੋਂ ਲੈ ਕੇ ਉਹਦਾ ਜਿਹੜਾ ਉਹਦੇ ਦੁਆਲੇ ਤੀਰ ਦੇ ਨਾਲ ਪੁੱਟੀ ਜਾ ਰਿਹਾ। ਤੇ ਮੇਰੇ ਨਾਲ ਇੱਥੇ ਆਪਾਂ ਹੁਣ ਬਿਲਕੁਲ। ਅਗਲੇ ਐਪੀਸੋਡ ਤੇ ਚਲੇ ਜਾਂਦੇ ਆ, ਸਮਾਂ ਹੋ ਗਿਆ ਨਾ। ਬਿਲਕੁਲ ਵੀਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ, ਕਿਉਂਕਿ ਵੇਖੋ ਜਿਹਨੇ ਗੁਰੂ ਘਰ ਦੀ ਸੇਵਾ ਕੀਤੀ ਸੀ, ਸੱਚੇ ਦਿਲੋਂ ਸੇਵਾ ਕੀਤੀ ਸੀ, ਤੇ ਆਪਣੇ ਪਰਿਵਾਰ ਨੂੰ ਕੋਹਲੂ ਵਿੱਚ ਉਹਨਾਂ ਦੇ ਸਾਰੇ ਪਰਿਵਾਰ ਨੂੰ ਕੋਹਲੂ ਵਿੱਚ ਪੀੜ ਦਿੱਤਾ ਗਿਆ, ਉਹਨਾਂ ਦਾ ਨਾਂ ਜਿਹੜਾ ਅੱਜ ਤੱਕ ਦੁਨੀਆ ਦੇ ਵਿੱਚ ਜਿਹੜਾ ਹੈ ਦੁਨੀਆ ਦੇ ਵਿੱਚ ਆਉਂਦੀ ਦੁਨੀਆ ਤੱਕ, ਜਦ ਤੱਕ ਦੁਨੀਆ ਰਹੇਗੀ, ਮੋਤੀ ਰਾਮ ਮਹਿਰਾ ਜੀ ਦਾ ਜਿਹੜਾ ਨਾਂ ਆ ਉਹ ਦੁਨੀਆ ਵਿੱਚ ਚੱਲਦਾ ਰਹੇਗਾ। ਕਿਸ ਤਰ੍ਹਾਂ ਦੀ ਉਹਨਾਂ ਦੀ ਮੰਨੀ ਸੱਚੀ ਤੇ ਸੁੱਚੀ ਸੇਵਾ ਸੀ। ਚਲੋ ਤਸੀਹਾ ਤਾਂ ਮਿਲਿਆ, ਉਹ ਕੋਈ ਗੱਲ ਨਹੀਂ, ਪਰ ਫਿਰ ਜਿਹੜੀ ਗੁਰੂ ਘਰ ਦੇ ਨਾਲ ਉਹਨਾਂ ਦੀ ਸ਼ਰਧਾ ਸੀ, ਪਿਆਰ ਸੀ, ਉਹਨੂੰ ਆਪਣੀ ਜ਼ਿੰਦਗੀ ਦੇ ਕੇ ਵੀ ਉਹ ਨਿਭਾ ਗਏ। ਪ੍ਰੋਗਰਾਮ ਕਰਦੇ ਅਗਰ ਸਾਡੇ ਕੋਲ ਗਲਤੀ ਹੋਵੇ, ਦੋਵੇਂ ਹੱਥ ਜੋੜ ਕੇ ਅਸੀਂ ਤੁਹਾਡੇ ਕੋਲੋਂ ਮਾਫੀ ਮੰਗਦੇ ਹਾਂ। ਜਿੱਥੇ ਪ੍ਰੋਗਰਾਮ ਦੀ ਸਮਾਪਤੀ ਕੀਤੀ, ਫਿਰ ਉਸ ਤੋਂ ਸ਼ੁਰੂਆਤ ਕਰਾਂਗੇ। ਇੱਥੇ ਫਤਿਹ ਬੁਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। देशवा पर मोहे है, शुभ कर्म ते कभू न डरूं, न डरूं और सोच अब जाए लड़ूं, निश्चय कर अपनी जीत करूं।